ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜੀ, ਗੁਰਮੁਖਾਂ ਦੀ ਰਹਿਣੀ, ਉਹਨਾਂ ਦਾ ਜਿਹੜਾ ਲਾਈਫ ਸਟਾਈਲ ਹੈ ਉਹ ਕਿਵੇਂ ਦਾ ਹੈ, ਉਹਨਾਂ ਦੀ ਜ਼ਿੰਦਗੀ ਕਿਵੇਂ ਦੀ ਹੈ, ਤੇ ਉਹਦੇ ਕੁਝ ਲੱਛਣ ਦੱਸੇ ਨੇ ਵੀ ਇਦਾਂ ਦੇ ਹੁੰਦੇ ਨੇ ਗੁਰਮੁਖ। ਗੁਰ ਉਪਦੇਸ਼ ਅਵੇਸ ਕਰ, ਪੈਰੀ ਪੈ ਰਹਿਰਾਸ ਕਰਨ ਦੇ। ਗੁਰਮੁਖਾਂ ਦਾ ਪਹਿਲਾ ਕੰਮ ਕੀ ਹੈ? ਗੁਰੂ ਦੇ ਉਪਦੇਸ਼। ਇੱਥੇ ਆਦੇਸ਼ ਪਾਠ ਆਇਆ ਹੈ, ਇਹ ਪਾਠ ਦਾ ਭੇਦ ਹੈ, ਦੋਵੇਂ ਪਾਠ ਇਹਨਾਂ ਨੇ ਬੋਲੇ ਨੇ। ਵੈਸੇ ਆਵੇਸ਼ ਦਾ ਮਤਲਬ ਹੁੰਦਾ ਹੈ ਘਰ। ਜਦੋਂ ਅਸੀਂ ਗੁਰਦੁਆਰਾ ਸਾਹਿਬ ਆ ਕੇ ਬੈਠਦੇ ਹਾਂ ਜਾਂ ਬਾਹਰ ਦੇ ਵਿੱਚ ਵੀ ਜਾਂਦੇ ਹਾਂ, ਤੇ ਉਦੋਂ ਮੇਰੇ ਕੋਲ ਗੁਰੂ ਦਾ ਉਪਦੇਸ਼ ਕਿੰਨਾ ਕੁ ਹੁੰਦਾ ਹੈ, ਮੈਨੂੰ ਗੁਰੂ ਦੀਆਂ ਗੱਲਾਂ ਕਿੰਨੀਆਂ ਕੁ ਚੇਤੇ ਰਹਿੰਦੀਆਂ ਨੇ। ਅਸੀਂ ਇੱਕ ਬਚਨ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਨੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹ ਨਾ ਸਾਕਿਆ ਜਾਲੇ। ਜੋ ਅਸੀਂ ਬਾਣੀ ਨੂੰ ਸੁਣ ਲਿਆ ਹੈ ਇੱਥੇ, ਹੁਣ ਅਸੀਂ ਇੱਥੋਂ ਚਲੇ ਵੀ ਜਾਵਾਂਗੇ, ਇਹ ਇੱਥੇ ਤੇ ਨਹੀਂ ਰਹਿ ਜਾਵੇਗਾ, ਇਹ ਸਾਡੇ ਨਾਲ ਨਿਭ ਜਾਵੇਗਾ। ਸਰੀਰ ਇਸੇ ਕਰਕੇ ਗੁਰੂ ਨਹੀਂ ਮੰਨਿਆ ਜਾਂਦਾ ਵੀ ਸਰੀਰ ਸਾਰੀਆਂ ਥਾਵਾਂ ਦੇ ਉੱਤੇ ਨਹੀਂ ਪਹੁੰਚ ਸਕਦਾ ਇੱਕੋ ਵਾਰੀ, ਸ਼ਬਦ ਪਹੁੰਚ ਸਕਦਾ ਹੈ। ਸ਼ਬਦ ਜਿਹੜੇ ਇੱਦਾਂ ਸੁਣਦੇ ਪਏ ਨੇ, ਸ਼ਬਦ ਉਹਨਾਂ ਤੱਕ ਵੀ ਉੱਦਾਂ ਹੀ ਪਹੁੰਚਦਾ ਪਿਆ ਹੈ ਜਿੱਦਾਂ ਅਸੀਂ ਬੈਠੇ ਹਾਂ ਤੇ ਇੱਥੇ ਪਹੁੰਚਦਾ ਪਿਆ ਹੈ। ਇਸ ਕਰਕੇ ਸ਼ਬਦ ਦੀ ਮਹਾਨਤਾ ਹੈ। ਤੇ ਉਹ ਉਪਦੇਸ਼, ਉਹ ਸ਼ਬਦ ਮੇਰੇ ਪੱਲੇ ਕਿੰਨਾ ਕੁ ਹੈ? ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਗੁਰਮੁਖ ਜਿਹੜੇ ਨੇ ਉਹਨਾਂ ਦੇ ਕੋਲ ਗੁਰੂ ਦਾ ਉਪਦੇਸ਼ ਹਮੇਸ਼ਾ ਹੀ ਰਹਿੰਦਾ ਹੈ। ਇਹ ਨਹੀਂ ਵੀ ਉਪਦੇਸ਼ ਦਾ ਸੰਬੰਧ ਸਮੇਤ ਮੇਰੇ ਵੀ ਸਿਰਫ ਗੁਰਦੁਆਰੇ ਤੱਕ ਦੇ ਨਾਲ ਸੰਬੰਧਿਤ ਹੈ, ਵੀ ਗੁਰਦੁਆਰੇ ਦੇ ਵਿੱਚ ਸੁਣਿਆ ਹੈ, ਜਦੋਂ ਉਹਨੂੰ ਜ਼ਿੰਦਗੀ 'ਚ ਲਾਗੂ ਕਰਨ ਦਾ ਮੌਕਾ ਆਇਆ ਹੈ ਤੇ ਫਿਰ ਉਦੋਂ ਉਹੀ ਕੰਮ ਕਰ ਲਏ ਜੋ ਅਸੀਂ ਪਹਿਲਾਂ ਕਰਦੇ ਪਏ ਸੀ। ਇਹਦਾ ਮਤਲਬ ਹੈ ਅਜੇ ਸ਼ਬਦ ਦਾ ਪਤਾ ਤੇ ਲੱਗਾ ਹੈ, ਪਰ ਅਜੇ ਦਿਲ ਦੇ ਵਿੱਚ ਨਹੀਂ ਵਸਿਆ, ਸ਼ਬਦ ਹਿਰਦੇ ਦੇ ਵਿੱਚ ਨਹੀਂ ਤੁਰਿਆ ਹੈ ਅਜੇ। ਨਿਤ ਸਤਿਗੁਰੂ ਕਹਿੰਦੇ ਨੇ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਗੁਰੂ ਮੇਰੇ ਨਾਲ ਹੈ। ਉਹਦੇ ਨਾਲ ਹੋਣ ਦਾ ਮਤਲਬ ਕੀ ਹੈ? ਵੀ ਭਾਈ ਜਿੱਥੇ ਮੈਨੂੰ ਲੋੜ ਪੈਂਦੀ ਹੈ ਮੈਂ ਉਹਦੀ ਬਾਣੀ ਨੂੰ ਸਮਝਦਾ ਹਾਂ, ਜਿੱਥੇ ਮੈਨੂੰ ਲੋੜ ਪੈਂਦੀ ਹੈ ਮੈਂ ਉਹਦੀ ਬਾਣੀ ਦੇ ਵਿੱਚੋਂ ਹਵਾਲਾ ਦੇ ਦਿੰਦਾ ਹਾਂ ਵੀ ਭਾਈ ਆਪਣਾ ਲਾਈਫ ਸਟਾਈਲ ਤੇ ਜ਼ਿੰਦਗੀ ਦਾ ਆ ਹੈ। ਹੁਣ ਜੇ ਸਾਨੂੰ ਪਹਿਲੀ ਗੱਲ ਤੇ ਉਪਦੇਸ਼ ਦਾ ਹੀ ਪਤਾ ਘੱਟ ਹੋਵੇਗਾ ਵੀ ਗੁਰੂ ਨੇ ਕਿਹੜੀ ਚੀਜ਼ ਕਿਵੇਂ ਕਹੀ ਹੈ, ਫਿਰ ਦਿੱਕਤ ਹੈ ਸਾਡੇ ਲਈ। ਪਹਿਲਾ ਲੱਛਣ ਹੀ ਸਾਡਾ ਇਹ ਹੈ, ਗੁਰਸਿੱਖਾਂ ਦਾ ਪਹਿਲਾ ਲੱਛਣ ਭਾਈ ਗੁਰਦਾਸ ਸਾਹਿਬ ਕਹਿੰਦੇ ਇਹ ਹੈ, ਗੁਰ ਉਪਦੇਸ਼ ਅਵੇਸ ਕਰ, ਪੈਰੀ ਪੈ ਰਹਿਰਾਸ ਕਰਨ ਦੇ। ਭਾਈ ਗੁਰੂ ਦੇ ਉਪਦੇਸ਼ ਦੇ ਵਿੱਚ ਆਪਣਾ ਜਿਹੜਾ ਹੈ ਨਾ, ਉਹ ਘਰ ਰੱਖਦੇ ਨੇ, ਉਹਨਾਂ ਦਾ ਧਿਆਨ ਗੁਰੂ ਦੇ ਉਪਦੇਸ਼ ਦੇ ਵੱਲ ਹੁੰਦਾ ਹੈ। ਤੁਸੀਂ ਘਰਾਂ ਦੇ ਵਿੱਚ ਵਿਚਰੋ, ਗੁਰਦੁਆਰੇ ਦਾ ਇੱਥੇ ਧਾਰਮਿਕਤਾ ਸਿੱਖੀ ਜਾਂਦੀ ਹੈ, ਭਾਵੇਂ ਕੋਈ ਵੀ ਹੋਵੇ, ਇੱਥੇ ਧਾਰਮਿਕਤਾ ਸਿੱਖੀ ਜਾਂਦੀ ਹੈ। ਇਹਨੂੰ ਇੰਪਲੀਮੈਂਟ ਤੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕਰਨਾ ਹੁੰਦਾ ਹੈ ਨਾ। ਨਹੀਂ ਤੇ ਇਹੋ ਜਿਹੇ ਲੋਕ ਵੀ ਤੇ ਹੈ ਨੇ ਜਿਹੜੇ ਕਹਿ ਦਿੰਦੇ ਨੇ ਵੀ ਗੁਰਦੁਆਰੇ ਦੀਆਂ ਗੱਲਾਂ ਗੁਰਦੁਆਰੇ ਰਹਿਣ ਦਿਆ ਕਰੋ। ਤੇ ਜੇ ਗੁਰਦੁਆਰੇ ਰਹਿਣੀਆਂ ਨੇ ਤੇ ਗੁਰਦੁਆਰੇ ਤੇ ਬਹੁਤ ਕੁਝ ਹੈ, ਲੋੜ ਨਹੀਂ ਹੈਗੀ ਗੁਰਦੁਆਰੇ ਨੂੰ ਵੀ ਕਹਿਣ ਦੀ, ਮਹਾਰਾਜ ਨੂੰ ਤਾਂ ਸਾਰਾ ਕੁਝ ਪਤਾ ਹੀ ਹੈ। ਉਹ ਇਸ ਕਰਕੇ, ਕਿਉਂਕਿ ਪਿੱਛੇ ਜੇ ਨਾ ਉਹ ਸਾਡੇ ਸਿੰਘ ਨੇ ਇੱਕ, ਤੇ ਉਹ ਗੁਰਦੁਆਰਾ ਸਾਹਿਬ ਕਿਤੇ ਕਥਾ ਸ਼ੁਰੂ ਕਰਨੀ ਸੀ ਉਹਨਾਂ ਨੇ, ਤੇ ਸੰਗਤ ਨਹੀਂ ਸੀ ਆਉਂਦੀ ਹੁੰਦੀ। ਇਹ ਵੀ ਬੜੀ ਪ੍ਰੋਬਲਮ ਹੈ ਗੁਰਦੁਆਰਿਆਂ ਦੇ ਵਿੱਚ। ਤੇ ਕਮੇਟੀ ਆਖਦੀ ਹੈ ਜੀ ਕਥਾ ਸ਼ੁਰੂ ਕਰੋ ਭਾਈ ਸਾਹਿਬ। ਤੂੰ ਕਹਿੰਦੇ ਵੀ ਕਥਾ ਤਾਂ ਮੈਂ ਸ਼ੁਰੂ ਕਰਦਾ ਕਿ ਸੁਣਨ ਵਾਲੇ ਵੀ ਤੇ ਹੋਣ, ਮੈਂ ਕਥਾ ਕਿਹਨੂੰ ਸੁਣਾਵਾਂ? ਤੂੰ ਕਹਿੰਦੇ ਵੀ ਮਹਾਰਾਜ ਨੂੰ ਸੁਣਾ ਦਿਆ ਕਰੋ, ਮਹਾਰਾਜ ਤੇ ਸਾਰਾ ਕੁਝ ਸੁਣਦੇ ਹੀ ਹੈ। ਤਾਂ ਅੱਗੋਂ ਕਹਿੰਦਾ ਮਹਾਰਾਜ ਤੇ ਜਾਣੀ ਜਾਣ ਸਾਰਾ ਕੁਝ, ਮਹਾਰਾਜ ਨੂੰ ਤਾਂ ਪਹਿਲਾਂ ਮੇਰੇ ਨਾਲੋਂ ਜ਼ਿਆਦਾ ਪਤਾ, ਉਹਨੂੰ ਮੈਂ ਕੀ ਸੁਣਾਵਾਂ? ਸਿਰਫ ਇੰਨੀ ਕੁ ਖੇਡ ਹੁੰਦੀ ਹੈ। ਉਪਦੇਸ਼ ਕਿਹਦੇ ਲਈ ਹੈ? ਉਪਦੇਸ਼ ਮੇਰੇ ਲਈ ਹੈ, ਉਪਦੇਸ਼ ਤੁਹਾਡੇ ਲਈ ਹੈ, ਉਪਦੇਸ਼ ਸਾਡੇ ਸਾਰਿਆਂ ਦੇ ਲਈ ਹੈ। ਸੁਣਨਾ ਇੱਥੇ ਹੈ, ਕਮਾਉਣਾ ਇਹਨੂੰ ਬਾਹਰ ਜਾ ਕੇ ਹੁੰਦਾ ਹੈ। ਇੱਥੇ ਵੀ ਕਮਾਉਣਾ ਪੈ ਜਾਂਦਾ ਹੈ, ਪਰ ਕਮਾਉਣਾ ਇਹਨੂੰ ਬਾਹਰ ਜਾ ਕੇ ਹੁੰਦਾ ਹੈ। ਸ਼ਬਦ ਦੇ ਵਿੱਚੋਂ ਧਿਆਨ ਬਾਹਰ ਨਹੀਂ ਜਾਣਾ ਚਾਹੀਦਾ। ਗੁਰ ਉਪਦੇਸ਼ ਅਵੇਸ ਕਰ, ਪੈਰੀ ਪੈ ਰਹਿਰਾਸ ਕਰਨ ਦੇ। ਤੇ ਫਿਰ ਨਾਲ ਕੀ ਹੈ? ਨਮਸਕਾਰ ਕਰਦੇ ਨੇ ਗੁਰਸਿੱਖਾਂ ਦੇ ਚਰਨੀ ਪੈ ਕੇ। ਇਹਦਾ ਭਾਵ ਕੀ ਹੈ? ਨਿਮਰਤਾ। ਦੇਖੋ ਫਿਰ ਉੱਥੇ ਹੀ ਗੱਲ ਆਵੇਗੀ, ਸਾਨੂੰ ਇੱਕੋ ਗੱਲ ਵਾਰ-ਵਾਰ ਦ੍ਰਿੜ ਕਰਵਾਈ ਜਾਂਦੀ ਹੈ। ਕੱਲ੍ਹ ਵੀ ਅਸੀਂ ਇਸ ਚੀਜ਼ ਨੂੰ ਵਿਚਾਰਿਆ ਸੀ। ਪਹਿਲੀ ਗੱਲ ਤੇ ਜਿਹੜੇ ਬੰਦੇ ਨੂੰ ਜਪਜੀ ਸਾਹਿਬ ਨਹੀਂ ਯਾਦ ਹੁੰਦਾ, ਤੇ ਉਹ ਤੇ ਵਿਚਾਰਾ ਨਾ
ਬੜੇ ਧਿਆਨ ਦੇ ਨਾਲ ਬੋਲਦਾ ਹੈ ਵੀ ਮੈਂ ਕਿਸੇ ਨੂੰ ਕਹਿ ਦਿੱਤਾ ਵੀ ਮੈਨੂੰ ਜਪਜੀ ਸਾਹਿਬ ਨਹੀਂ ਯਾਦ, ਤੇ ਅਗਲਾ ਜਿਹਨੂੰ ਯਾਦ ਹੈ ਉਹ ਪਤਾ ਨਹੀਂ ਕਿੱਦਾਂ ਕਿੱਦਾਂ ਦੀਆਂ ਗੱਲਾਂ ਸੋਚੇਗਾ ਮੇਰੇ ਬਾਰੇ। ਇਹ ਪ੍ਰੋਬਲਮ ਇਹ ਹੈ, ਜਿਹਨੂੰ ਕਿਤੇ ਬਾਣੀ ਪਹਿਲੀ ਗੱਲ ਤੇ ਯਾਦ ਹੀ ਨਹੀਂ ਹੁੰਦੀ, ਤੇ ਜਿਹਨੂੰ ਯਾਦ ਹੋ ਜਾਂਦੀ ਹੈ ਉਹਨੂੰ ਉੱਦਾਂ ਹੀ ਦੂਜੇ ਬੰਦੇ ਜਿਹੜੇ ਨੇ ਨਾ ਉਹ ਇੱਦਾਂ ਲੱਗਣ ਲੱਗ ਪੈਂਦੇ ਵੀ ਜ਼ਿੰਦਗੀ 'ਚ ਕਰਨੀ ਕੀ ਆਏ ਨੇ। ਇਹ ਪ੍ਰੋਬਲਮ ਹੈ ਸਭ ਤੋਂ ਵੱਡੀ ਸਾਡੀ। ਜਿਹੜਾ ਖੁਦ ਸੇਵਾ ਕਰਦਾ ਹੈ, ਕੋਈ ਦੂਜਾ ਜਾਣਾ ਸੇਵਾ ਨਾ ਕਰਦਾ ਹੋਵੇ, ਉਹਦਾ ਜੀ ਕੀ ਕਰਦਾ ਹੈ ਵੀ ਹੁਣ ਮੈਂ ਸਾਰਿਆਂ ਦੇ ਹੱਥ ਦੇ ਵਿੱਚ ਝਾੜੂ ਫੜਾ ਦੇਵਾਂ ਤੇ ਫਿਰ ਹੀ ਮੈਂ ਇਸ ਰੱਬ ਦੇ ਨੇੜੇ ਹੋਵਾਂਗਾ। ਜਦੋਂ ਤੱਕ ਮੈਂ ਝਾੜੂ ਫੜਾ ਨਹੀਂ ਨਾ ਦਿੰਦਾ ਸਾਰਿਆਂ ਦੇ ਹੱਥ ਦੇ ਵਿੱਚ, ਉਦੋਂ ਤੱਕ ਮੇਰੀ ਈਗੋ ਸ਼ਾਂਤ ਨਹੀਂ ਹੋਣੀ। ਇੱਦਾਂ ਹੀ ਪਾਠ ਕਰਨ ਵਾਲਿਆਂ ਦਾ ਹਾਲ ਹੈ। ਮਤਲਬ ਇੰਨੀ ਜ਼ਿੰਮੇਵਾਰੀ ਅਸੀਂ ਉਸੇ ਵੇਲੇ ਚੁੱਕ ਲੈਂਦੇ ਹਾਂ ਵੀ ਤੁਹਾਨੂੰ ਮੈਂ ਰਾਹ ਪਾਉਣ ਵਾਲਾ ਹਾਂ, ਨਹੀਂ ਤੇ ਤੁਹਾਨੂੰ ਤੇ ਰਾਹ ਹੀ ਨਹੀਂ ਸੀ ਪਾਉਣਾ ਕਿਸੇ ਨੇ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਭਾਈ ਬਾਣੀ ਉਹਨਾਂ ਨੂੰ ਯਾਦ ਹੈ, ਬਾਣੀ ਪੜ੍ਹਦੇ ਨੇ, ਤੇ ਪਰ ਨਾਲ ਕੀ ਹੈ, ਪੈਰੀਂ ਪੈ ਰਹਿਰਾਸ ਕਰੰਦੇ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਬਣੇ ਰਹਿੰਦੇ ਨੇ। ਨਹੀਂ ਤੇ ਹਾਲ ਤੁਸੀਂ ਵੇਖ ਲਓ, ਜਿਨ੍ਹਾਂ ਨੂੰ ਬਾਣੀ ਯਾਦ ਹੋ ਗਈ ਹੈ ਉਹ ਉੱਦਾਂ ਹੀ ਉਹਨਾਂ ਨੂੰ ਲੱਗਦਾ ਵੀ ਬਸ ਉਹ ਫਿਰ ਸਟੇਜਾਂ ਦੇ ਦੁਆਲੇ ਘੁੰਮਦੇ ਨੇ। ਮੇਰੇ ਵਰਗੇ ਉਹਨਾਂ ਦਾ ਦਾਇਰਾ ਇਹੋ ਹੀ ਰਹਿ ਜਾਂਦਾ, ਕਿਉਂਕਿ ਬਾਣੀ ਯਾਦ ਹੋ ਗਈ ਹੈ ਇਸ ਕਰਕੇ ਆਪਾਂ ਦੂਜੇ ਪਾਸੇ ਨਹੀਂ ਜਾਣਾ। ਉਹਨਾਂ ਦਾ ਦਾਇਰਾ ਸਟੇਜ ਰਹਿ ਗਈ ਹੈ ਬਸ, ਕਿਉਂਕਿ ਬਾਣੀ ਯਾਦ ਹੋ ਗਈ ਹੈ। ਗੁਰਸਿੱਖ ਨੇ ਪਹਿਲੀ ਗੱਲ ਤੇ ਸ਼ਬਦ ਨੂੰ ਸੁਣਨਾ ਹੈ, ਸ਼ਬਦ ਨੂੰ ਕਮਾਉਣਾ ਹੈ, ਤੇ ਪਰ ਸ਼ਬਦ ਕਮਾ ਕੇ ਤੇ ਇੱਦਾਂ ਨਹੀਂ ਵੀ ਬੰਦਾ ਹੰਕਾਰੀ ਹੋ ਜਾਵੇ। ਨਾਲ ਇਹ ਕਰਨਾ ਹੈ, ਜਿੰਨੀ ਸੰਗਤ ਹੈ ਇਹ ਸਾਰੀ ਮੇਰੇ ਤੋਂ ਉੱਤੇ ਹੈ ਤੇ ਸਾਰੀ ਮੇਰੇ ਤੋਂ ਉੱਚੀ ਹੈ। ਪੈਰੀਂ ਪੈਰ ਰਹਿਰਾਸ ਕਰਨ ਦੇ ਨਾਲ ਕੀ ਹੈ ਫਿਰ, ਚਰਨ ਸ਼ਰਨ ਮਸਤਕ ਧਰਨ, ਚਰਨ ਰੇਣ ਮੁਖ ਤਿਲਕ ਲਗੰਦੇ। ਸਾਡੇ ਵਿੱਚ ਇੱਦਾਂ ਦੇ ਟਿੱਕੇ ਨਹੀਂ ਲੱਗਦੇ ਵੀ ਜਿੱਦਾਂ ਤੁਸੀਂ ਵੇਖੋ ਮੰਦਿਰ ਹੈ, ਧਾਰਮਿਕ ਅਸਥਾਨ ਹੈ, ਉੱਥੇ ਕੋਈ ਜਾ ਰਿਹਾ ਹੈ ਤੇ ਉਹਦੇ ਮੱਥੇ ਦੇ ਉੱਤੇ ਟਿੱਕਾ ਲੱਗ ਜਾਂਦਾ ਹੈ। ਸਾਡੇ ਵਿੱਚ ਇੱਦਾਂ ਦਾ ਟਿੱਕਾ ਲੱਗਦਾ ਹੀ ਨਹੀਂ। ਅਸੀਂ ਕਈ ਵਾਰ ਵਿਚਾਰਦੇ ਹਾਂ, ਨਾ ਸ਼ੁਰੂ ਤੋਂ ਲੱਗਿਆ ਹੈ ਤੇ ਨਾ ਹੁਣ ਹੀ ਕਦੀ ਲੱਗਦਾ ਹੈ। ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਵੀ ਇੱਥੇ ਇੱਕ ਤਿਲਕ ਲੱਗਦਾ ਹੈ, ਇੱਕ ਟਿੱਕਾ ਲੱਗਦਾ ਹੈ। ਉਹ ਕਿਹੜਾ ਲੱਗਦਾ ਹੈ, ਚਰਨ ਸ਼ਰਨ ਮਸਤਕ ਧਰਨ। ਜਦੋਂ ਅਸੀਂ ਗੁਰੂ ਦੀ ਸੰਗਤ ਦੇ ਵਿੱਚ ਆ ਜਾਂਦੇ ਹਾਂ ਤੇ ਫਿਰ ਕੀ ਹੁੰਦਾ ਹੈ, ਇੱਥੇ ਆਪਣਾ ਮੱਥਾ ਲਗਾਉਂਦੇ ਹਾਂ। ਸਤਿਗੁਰ ਸਰਣੀ ਜਾਏ, ਸੀਸ ਨਿਵਾਇਆ, ਗੁਰ ਚਰਣੀ ਚਿਤ ਲਾਏ, ਮੱਥਾ ਲਾਇਆ। ਇਹ ਦੋ ਭਾਵ ਹੁੰਦੇ ਨੇ ਜਦੋਂ ਅਸੀਂ ਮੱਥਾ ਟੇਕਦੇ ਹੁੰਦੇ ਹਾਂ। ਜਿਹਦੇ ਅੱਗੇ ਮੱਥਾ ਟੇਕਿਆ ਜਾ ਰਿਹਾ ਹੈ ਉਹਦੇ ਬਾਰੇ ਸਾਡੇ ਮਨ 'ਚ ਖਿਆਲ ਕੀ ਚੱਲਦਾ ਪਿਆ ਹੈ, ਮੈਂ ਉਹਦੇ ਬਾਰੇ ਸੋਚ ਕੀ ਰੱਖਦਾ ਹਾਂ। ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਪਿਆ ਹਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੇਰੇ ਮਨ ਦੇ ਵਿੱਚ, ਮੇਰੇ ਦਿਲ ਦੇ ਵਿੱਚ ਉਹਦੇ ਬਾਰੇ ਕੀ ਖਿਆਲ ਹੈ ਵੀ ਉਹ ਕਿਹੋ ਜਿਹਾ ਹੈ ਸਤਿਗੁਰੂ। ਜਦੋਂ ਅਸੀਂ ਸੰਗਤ ਦੇ ਵਿੱਚ ਆ ਕੇ ਚਰਨ ਸ਼ਰਨ ਮਸਤਕ ਧਰਨ, ਮੱਥਾ ਟੇਕਣਾ ਹੈ ਇੱਥੇ ਆ ਕੇ, ਪਰ ਕੀ ਹੈ, ਚਰਨ ਰੇਣ ਮੁਖ ਤਿਲਕ ਸੁਹੰਦੇ। ਇਹਨਾਂ ਗੁਰਸਿੱਖਾਂ ਦੇ ਮੱਥੇ ਦੇ ਉੱਤੇ ਇਹੋ ਜਿਹੇ ਤਿਲਕ ਨਹੀਂ ਹੁੰਦੇ ਵੀ ਲਾਲ ਰੰਗ ਦਾ ਟਿੱਕਾ ਲਾਇਆ ਜਾਂ ਦੂਜੇ ਰੰਗ ਦਾ ਟਿੱਕਾ ਲਾਇਆ। ਸਾਡੇ ਮੱਥੇ ਉੱਤੇ ਭਾਈ ਸੰਗਤ ਦੇ ਚਰਨਾਂ ਦੀ ਧੂੜ ਲੱਗਦੀ ਹੈ। ਸਾਡੇ ਲਈ ਇਹਦੇ ਤੋਂ ਉੱਤੇ ਕੋਈ ਟਿੱਕਾ ਨਹੀਂ ਹੈ, ਕੋਈ ਤਿਲਕ ਨਹੀਂ ਹੈ, ਸੰਗਤ ਦੇ ਚਰਨਾਂ ਦੀ ਧੂੜ। ਮੈਂ ਅਕਸਰ ਬੇਨਤੀ ਕਰਦਾ ਹੁੰਨਾ, ਵੇਖੋ ਤੁਹਾਡੇ ਵਿੱਚੋਂ ਗੁਰਦੁਆਰਾ ਸਾਹਿਬ ਆਉਂਦੇ ਨੇ ਕਈ, ਜਿੱਥੇ ਆਪਾਂ ਜੋੜੇ ਘਰ ਦੇ ਲਾਗੇ ਐਂਟਰ ਕਰਦੇ ਹਾਂ, ਉੱਥੇ ਵੀ ਤੇ ਵੇਖੋ ਕੋਈ ਮੱਥਾ ਟੇਕ ਕੇ ਨਿਕਲਦਾ ਹੈ, ਧੂੜ ਨੂੰ ਮੱਥੇ ਦੇ ਉੱਤੇ ਲਾਉਂਦੇ ਨੇ। ਇੱਥੇ ਆ ਜਿਹੜਾ ਦਰਵਾਜ਼ਾ ਹੈ ਦਰਬਾਰ ਸਾਹਿਬ ਦਾ, ਇੱਥੇ ਕਿੰਨੇ ਜਾਣੇ ਆ ਕੇ ਤੇ ਮੱਥਾ ਟੇਕਦੇ ਨੇ, ਇੱਥੇ ਤੇ ਬਾਅਦ ਦੇ ਵਿੱਚ ਮੱਥਾ ਟੇਕਿਆ ਜਾਂਦਾ ਹੈ। ਇਹ ਹੋਣਾ ਚਾਹੀਦਾ ਹੈ ਜ਼ਿੰਦਗੀ ਦੇ ਵਿੱਚ। ਪਤਾ ਨਹੀਂ ਭਾਈ ਗੁਰਦਾਸ ਸਾਹਿਬ ਇਹਨੂੰ ਕਹਿੰਦੇ ਨੇ ਵੀ ਸੱਚੇ ਪਾਤਸ਼ਾਹ, ਤੇਹ ਪਦ ਪਾਦਕ ਚਰਨ ਲਿਵ ਲਾਗੀ ਰਹੇ, ਦਇਆ ਕੇ ਦਇਆਲ ਮੋਹਿ ਪਤਿਤ ਉਦਾਰੀਐ। ਪਤਾ ਨਹੀਂ ਕਿੰਨੀ ਕਿਰਪਾ ਵਾਲਾ ਬੰਦਾ ਸੰਗਤ ਦੇ ਵਿੱਚ ਆ ਕੇ ਬੈਠਾ ਹੋਵੇ ਤੇ ਉਹਦੇ ਕਿਤੇ ਚਰਨਾਂ ਦੀ ਧੂੜ ਦੇ ਨਾਲ ਸਾਡਾ ਮੱਥਾ ਪਵਿੱਤਰ ਹੋ ਜਾਵੇ, ਸਾਡਾ ਜੀਵਨ ਪਵਿੱਤਰ ਬਣ ਜਾਵੇ। ਇਹਨੂੰ ਵਹਿਮ ਵਾਲੇ ਪਾਸੇ ਤੋਂ ਨਹੀਂ, ਇੱਕ ਇਹਦਾ ਭਾਵ ਅਰਥ ਹੁੰਦਾ ਹੈ ਵੀ ਨਿਮਰਤਾ ਸਿੱਖਣੀ ਹੈ ਚਰਨ ਧੂੜੀ। ਦੂਜਾ ਮਤਲਬ ਇਹ ਹੁੰਦਾ ਹੈ ਵੀ ਭਾਈ ਜਿਹੜੇ ਮੇਰੇ ਤੋਂ ਪਹਿਲਾਂ ਆ ਕੇ ਬੈਠੇ ਨੇ, ਮੈਂ ਤੇ ਉਹਨਾਂ ਤੋਂ ਵੀ ਨੀਵਾਂ ਹਾਂ, ਮੈਂ ਤਾਂ ਉਹਨਾਂ ਨੂੰ ਮੱਥਾ ਟੇਕਦਾ ਪਿਆ। ਸਾਡੇ ਮੱਥੇ ਦੇ ਉੱਤੇ ਇਹ ਤਿਲਕ ਲੱਗਾ ਹੋਣਾ ਚਾਹੀਦਾ ਹੈ। ਇਹ ਨਜ਼ਰ ਨਹੀਂ ਆਵੇਗਾ ਪਰ ਇਹ ਮਨ ਦੇ ਵਿੱਚ ਲੱਗਾ ਹੁੰਦਾ ਵੀ ਮੈਂ ਜਿਹੜੇ ਅੱਗੇ ਮੇਰੇ ਤੋਂ ਪਹਿਲਾਂ ਗੁਰਦੁਆਰੇ ਆ ਕੇ ਬੈਠੇ ਨੇ ਜਾਂ ਜਿਹੜੇ ਬਾਅਦ ਦੇ ਵਿੱਚ ਵੀ ਆ ਕੇ ਬੈਠਦੇ ਨੇ, ਇਹਨਾਂ ਦੇ ਚਰਨਾਂ ਦੀ ਧੂੜ ਸਮਝਦਾ ਹਾਂ ਆਪਣੇ ਆਪ ਨੂੰ, ਕਿ ਇਹਨਾਂ ਨੂੰ ਤਾਂ ਕਮਾਂਡ ਕਰਨ ਵਾਲਾ ਸਮਝਦਾ ਹਾਂ ਆਪਣੇ ਆਪ ਨੂੰ, ਜਿਹੜੇ ਪਾਸੇ ਮਰਜ਼ੀ ਲਾ ਲਓ ਇਹਨੂੰ ਤਾਂ ਲਾ ਹੀ ਲੈਣਾ ਹੈ। ਨਹੀਂ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਗੁਰਸਿੱਖ ਕੀ ਕਰਦੇ ਨੇ, ਚਰਨ ਸ਼ਰਨ ਮਸਤਕ ਧਰਨ। ਆਪਣਾ ਜਿਹੜਾ ਮੱਥਾ ਹੈ ਉਹ ਗੁਰੂ ਦੇ ਚਰਨਾਂ ਦੇ ਅੱਗੇ ਧਰਦੇ ਨੇ, ਉਹਦੀ ਸ਼ਰਨ ਦੇ ਵਿੱਚ ਧਰਦੇ ਨੇ। ਚਰਨ ਰੇਣ ਮੁਖ ਤਿਲਕ ਸੁਹੰਦੇ,
ਉਹਨਾਂ ਦੇ ਮੱਥੇ ਦੇ ਉੱਤੇ ਚਰਨਾਂ ਦੀ ਧੂੜ ਸੋਹਣੀ ਲੱਗਦੀ ਹੈ। ਉਹ ਕਿਸੇ ਹੋਰ ਟਿੱਕੇ ਵੱਧ ਨਹੀਂ ਜਾਂਦੇ, ਸੰਗਤ ਦੇ ਚਰਨਾਂ ਦੀ ਧੂੜ ਪਰਸਦੇ ਨੇ। ਫਿਰ ਵੇਖੋ, ਭਰਮ ਕਰਮ ਦਾ ਲੇਖ ਮੇਟ, ਲੇਖ ਅਲੇਖ ਵਿਸ਼ੇਖ ਬਣਨਦੇ। ਗੁਰਸਿੱਖ ਵਹਿਮੀ ਨਹੀਂ ਹੈ ਕਿਸੇ ਵੀ ਪਾਸੇ ਤੋਂ, ਕੋਈ ਭਰਮ ਨਹੀਂ ਸਾਡੇ ਮਨ ਦੇ ਵਿੱਚ ਹੋਣਾ ਚਾਹੀਦਾ। ਕੁਝ ਗੱਲਾਂ ਨਾ ਅਸੀਂ ਵੇਖਾ ਵੇਖੀ ਕਰਨ ਲੱਗ ਪੈਂਦੇ ਹਾਂ, ਤੇ ਕੁਝ ਗੱਲਾਂ ਅਸੀਂ ਇਸ ਕਰਕੇ ਕਰਦੇ ਹਾਂ ਵੀ ਕੋਈ ਦੂਜਾ ਨਾਰਾਜ਼ ਨਾ ਹੋ ਜਾਵੇ। ਜਦੋਂ ਸ਼ਬਦ ਨੂੰ ਆਪਾਂ ਮੁੱਖ ਰੱਖਿਆ ਹੈ ਆਪਣੇ ਘਰ ਦੇ ਵਿੱਚ, ਤੇ ਫਿਰ ਜੋ ਮਰਜ਼ੀ ਲੋਕੀ ਕਹਿੰਦੇ ਰਹਿਣ, ਸਾਨੂੰ ਮਤਲਬ ਨਹੀਂ ਇਹਦੇ ਨਾਲ। ਕਿਸੇ ਵੇਲੇ ਘਰ ਦੇ ਵੀ ਨਾਰਾਜ਼ ਹੋ ਜਾਂਦੇ ਨੇ, ਮੈਂ ਤੇ ਇੱਥੋਂ ਤੱਕ ਵੀ ਕਹਿ ਦੇਵਾਂ। ਜਦੋਂ ਅਸੀਂ ਸ਼ੁਰੂ ਦੇ ਵਿੱਚ ਇਸ ਗੱਲ ਨੂੰ ਪੜ੍ਹ ਲਿਆ ਵੀ ਸਾਡੀ ਅਗਵਾਈ ਸ਼ਬਦ ਕਰਦਾ ਪਿਆ ਹੈ, ਅਸੀਂ ਸ਼ਬਦ ਦੇ ਆਖੇ ਲੱਗ ਕੇ ਚੱਲਦੇ ਹਾਂ। ਜਦੋਂ ਆਖੇ ਸ਼ਬਦ ਦੇ ਲੱਗ ਕੇ ਚੱਲਦੇ ਹਾਂ, ਤੇ ਜੋ ਸ਼ਬਦ ਕਹਿੰਦਾ ਹੀ ਨਹੀਂ ਹੈ ਉਹ ਮੈਂ ਕਿਉਂ ਕਰਾਂਗਾ। ਕਿਸੇ ਤਰੀਕੇ ਦਾ ਵਹਿਮ, ਕਿਸੇ ਵੀ ਤਰੀਕੇ ਦਾ ਭਰਮ ਅਸੀਂ ਕਈ ਵਾਰ ਬੋਲਦੇ ਹਾਂ, ਤੇ ਅੱਗੇ ਵੀ ਇਹਨਾਂ ਪੌੜੀਆਂ ਦੇ ਵਿੱਚ ਵਿਚਾਰ ਆਵੇਗੀ। ਗੁਰਸਿੱਖ ਵਹਿਮੀ ਨਹੀਂ ਹੋਣਾ ਚਾਹੀਦਾ। ਕਿਸੇ ਜੰਤਰੀ ਦੇ ਵਿੱਚ, ਕਿਸੇ ਰਾਸ਼ੀ ਦੇ ਵਿੱਚ, ਕਿਸੇ ਟੇਵੇ ਦੇ ਵਿੱਚ ਕਿੱਧਰ ਨੂੰ ਦੁਕਾਨ ਦਾ ਮੂੰਹ ਕਰਨਾ, ਕਿੱਧਰ ਨੂੰ ਨਹੀਂ ਕਰਨਾ, ਕਿਸੇ ਵੀ ਤਰੀਕੇ ਦਾ ਵਹਿਮ ਨਹੀਂ ਕਰਨਾ ਹੈ ਜ਼ਿੰਦਗੀ ਦੇ ਵਿੱਚ। ਸਾਡੀ ਪ੍ਰੋਬਲਮ ਇਹ ਹੈ ਦੇਸ਼ ਦੀ ਵੀ ਜਿਨ੍ਹਾਂ ਨੇ ਸਾਇੰਸ ਲੈਣੀ ਹੁੰਦੀ ਹੈ ਉਹ ਵੀ ਜੋਤਸ਼ੀਆਂ ਦੇ ਕੋਲੋਂ ਪੁੱਛਦੇ ਨੇ ਵੀ ਸਾਇੰਸ ਲੈ ਲਈਏ ਕਿ ਨਾ। ਤੇ ਜਿਹੜਾ ਸਾਇੰਸ ਜੋਤਸ਼ੀ ਦੇ ਕੋਲੋਂ ਪੜ੍ਹ ਕੇ ਤੇ ਫਿਰ ਅੱਗੇ ਸਾਇੰਸ ਦੇ ਵਿੱਚ ਜਾ ਰਿਹਾ ਹੈ, ਉਹਨੇ ਕੀ ਚੈਲੰਜ ਕਰ ਲੈਣਾ ਹੈ ਇਹਨਾਂ ਗੱਲਾਂ ਨੂੰ। ਹਾਲਾਂਕਿ ਇਹ ਪੜ੍ਹਾਈ ਹੈ, ਇਹ ਪੜ੍ਹਾਈ ਹੈ। ਪਰ ਪ੍ਰੋਬਲਮ ਇਹ ਹੈ ਨਾ, ਮੈਨੂੰ ਮਾਫ਼ ਕਰਿਓ, ਇਹਨੂੰ ਧਾਰਮਿਕਤਾ ਦੇ ਵਾਲੇ ਪਾਸੇ ਤੋਂ ਨਾ ਸੋਚਿਓ। ਪਿੱਛੇ ਜੇ ਅਸਲ ਦੇ ਵਿੱਚ ਸਾਨੂੰ ਨਾ ਇੰਝ ਲੱਗਦਾ ਵੀ ਹਰ ਇੱਕ ਚੀਜ਼ ਸਾਡੇ ਉੱਤੇ ਅਟੈਕ ਹੋ ਗਿਆ ਹੈ। ਐਡੀ ਜਲਦੀ ਕੁਝ ਅਟੈਕ ਨਹੀਂ ਹੁੰਦਾ। ਸਾਡੇ ਆਲੇ ਦੁਆਲੇ ਗਲਬਾ ਹੀ ਐਡਾ ਵੱਡਾ ਹੋ ਜਾਂਦਾ ਹੈ, ਕਿਉਂਕਿ ਇਹ ਹਰ ਚੀਜ਼ ਦੇ ਪਿੱਛੇ 500-700 ਸਾਲ ਦੀ ਮੈਂਟੈਲਿਟੀ ਕੰਮ ਕਰਦੀ ਹੈ। ਇਹਨੂੰ ਚੈਲੰਜ ਕਰਨਾ ਸਾਡੇ ਲਈ ਬੜਾ ਔਖਾ ਲੱਗਦਾ। ਚੰਗੇ ਭਲੇ ਸਿਆਣੇ ਉਹ ਕੰਮ ਕਰਦੇ ਫਿਰਦੇ ਨੇ ਜਿਨ੍ਹਾਂ ਨੂੰ ਪਤਾ ਹੋਵੇ ਵੀ ਇਹ ਕੰਮ ਕਰਨੇ ਗਲਤ ਨੇ। ਜਦੋਂ ਮੈਂ ਇਸ ਗੱਲ ਦਾ ਫੈਸਲਾ ਲੈ ਲਿਆ ਹੈ ਗੁਰੂ ਬਖਸ਼ਿਸ਼ ਦੇ ਸਦਕਾ ਵੀ ਕਿਸੇ ਵੀ ਤਰੀਕੇ ਦਾ ਵਹਿਮ ਨਹੀਂ ਕਰਨਾ, ਫਿਰ ਹਿੰਮਤ ਤੇ ਰੱਖਣੀ ਪਵੇਗੀ। ਮਾਫ਼ ਕਰਨਾ, ਦਿਲ ਵੱਡੇ ਕਰਨੇ ਪੈਂਦੇ ਨੇ ਜਦੋਂ ਵਹਿਮ ਤੋੜਨੇ ਹੁੰਦੇ ਨੇ। ਇੱਕ ਵਾਰ ਤੇ ਆਪਣਾ ਵੀ ਦਿਲ ਡਰਦਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਸਾਰੀ ਜ਼ਿੰਦਗੀ ਬਾਂਹ ਤੇ ਧਾਗਾ ਬੰਨ ਛੱਡਿਆ, ਜਦੋਂ ਛੱਡੋਗੇ ਨਾ ਤੇ ਇੱਕ ਵਾਰ ਦਿਲ 'ਚ ਡਰ ਲੱਗਦਾ ਵੀ ਕਿਤੇ ਛੱਡ ਦਿੱਤਾ ਤੇ ਕੁਝ ਨਾ ਹੋਵੇ। ਮੈਂ ਕਈ ਵਾਰ ਕਹਿਣਾ ਹੁੰਦਾ, ਲੋਕੀ ਗੁਰਦੁਆਰੇ ਚੀਜ਼ਾਂ ਛੱਡ ਕੇ ਜਾਂਦੇ ਨੇ ਇਹੋ ਜਿਹੀਆਂ ਵੀ ਛੱਡ ਦਿੱਤਾ ਤੇ ਕਿਤੇ ਹੋਰ ਕਿਤੇ ਸੁੱਟ ਦਿੱਤਾ ਤੇ ਸਾਨੂੰ ਕੁਝ ਹੋ ਹੀ ਨਾ ਜਾਵੇ। ਉਹ ਛੱਡਿਆ ਕਾਹਦਾ ਹੋਇਆ? ਅਜੇ ਵੀ ਡਰ ਉਹਦਾ ਮਨ ਦੇ ਵਿੱਚ ਹੈ। ਕਾਰਨ ਕੀ ਹੈ ਇਹਨਾਂ ਚੀਜ਼ਾਂ ਦਾ? ਜਦੋਂ ਤੁਸੀਂ ਦਿਮਾਗ ਤੋਂ, ਦਿਲ ਤੋਂ ਵਹਿਮ ਨਹੀਂ ਛੱਡੋਗੇ, ਤੁਹਾਨੂੰ ਕਿਤੇ ਨਾ ਕਿਤੇ ਆ ਕੇ ਵਹਿਮ ਚੰਬੜ ਹੀ ਜਾਵੇਗਾ। ਉਹ ਕਿਤੇ ਨਾ ਕਿਤੇ ਆ ਕੇ ਤੇ ਫੜ ਹੀ ਲਵੇਗਾ ਵਹਿਮ। ਕਰਨਾ ਕੀ ਹੈ? ਭਰਮ ਕਰਮ ਦਾ ਲੇਖ ਮੇਟ, ਕਿਸੇ ਤਰੀਕੇ ਦਾ ਵਹਿਮ ਤੇ ਕਿਸੇ ਤਰੀਕੇ ਦੇ ਕਰਮ ਕਾਂਡਾਂ ਦੀ ਪੰਡ ਗੁਰਸਿੱਖ ਨੇ ਸਿਰ ਤੇ ਨਹੀਂ ਚੁੱਕਣੀ। ਇਹਨਾਂ ਦਾ ਜਿਹੜਾ ਵਿਸਥਾਰ ਹੈ ਉਹ ਬਾਕੀ ਪੌੜੀਆਂ ਦੇ ਵਿੱਚ ਆਵੇਗਾ। ਲੇਖ ਅਲੇਖ ਵਿਸ਼ੇਖ ਬਣਨਦੇ, ਤੇ ਨਾ ਹੀ ਗਿਣਤੀਆਂ ਮਿਣਤੀਆਂ ਦੇ ਪਾਠ ਕਰਨੇ ਨੇ। ਲੇਖੇ ਦਾ ਮਤਲਬ ਹੁੰਦਾ ਹੈ ਹਿਸਾਬ ਕਿਤਾਬ, ਅਲੇਖ ਦਾ ਮਤਲਬ ਹੋ ਗਿਆ ਜਿਹੜਾ ਹਿਸਾਬ ਕਿਤਾਬ ਤੋਂ ਉੱਤੇ ਹੈ। ਧਾਰਮਿਕਤਾ ਗਿਣਤੀਆਂ ਦੇ ਵਿੱਚ ਨਹੀਂ ਜੀਵੀ ਜਾਂਦੀ ਵੀ 40 ਦਿਨ ਗੁਰਦੁਆਰੇ ਨਾਲ ਸੰਬੰਧ ਰੱਖਣਾ ਹੈ, 40 ਦਿਨ ਪਾਠ ਦੇ ਨਾਲ ਸੰਬੰਧ ਰੱਖਣਾ ਹੈ, 21 ਦਿਨ ਆਹ ਪਾਠ ਕਰੋਗੇ ਤੇ ਆਹ ਹੋ ਜਾਵੇਗਾ, 23 ਦਿਨ ਨੰਗੇ ਪੈਰੀਂ ਆਓਗੇ ਤੇ ਆਹ ਹੋ ਜਾਵੇਗਾ। ਇਹ ਕਿੱਦਾਂ ਦੀ ਧਾਰਮਿਕਤਾ ਹੋਈ? ਲੇਖ ਅਲੇਖ ਵਿਸ਼ੇਖ ਬਣਨਦੇ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਲੇਖਿਆਂ ਤੋਂ ਅਲੇਖ ਹੋ ਗਏ, ਹਿਸਾਬਾਂ ਕਿਤਾਬਾਂ ਤੋਂ ਉੱਤੇ ਉੱਠ ਕੇ ਚੱਲਦੇ ਪਏ ਨੇ। ਗਣਤੈ ਪ੍ਰਭੂ ਨਾ ਪਾਈਐ, ਵਿਣ ਸੱਚੀ ਸਿੱਖਣ। ਮਰਦ ਕਹਿੰਦੇ ਗਿਣਤੀਆਂ ਮਿਣਤੀਆਂ ਦੇ ਵਿੱਚ ਮਾਲਕ ਨਹੀਂ ਪਾਇਆ ਜਾਂਦਾ। ਪਰ ਸਾਡੇ ਲੋਕਾਂ ਦੇ ਹਾਲ ਵੇਖ ਲਓ ਕਿ ਆਹ ਮਹੀਨਾ ਪਵਿੱਤਰ ਹੈ, ਇਸ ਮਹੀਨੇ ਆਪਾਂ ਮੰਦਰਾਂ 'ਚ ਆਉਣਾ ਹੈ, ਇਸ ਮਹੀਨੇ ਆਪਾਂ ਗੁਰਦੁਆਰਿਆਂ ਵਿੱਚ ਆਉਣਾ ਹੈ। ਬਾਅਦ ਦੇ ਵਿੱਚ ਮਤਲਬ ਹੀ ਨਹੀਂ ਵੀ ਆਈਏ ਕਿ ਨਾ ਆਈਏ। ਸੰਗਰਾਂਦ ਵਾਲਾ ਦਿਨ ਪਵਿੱਤਰ ਹੈ, ਬਾਕੀ 29 ਦਿਨ ਪਤਾ ਨਹੀਂ ਕਿੱਥੇ ਰਹੇ ਕਿੱਥੇ ਨਹੀਂ ਰਹੇ। ਅੱਜ ਚਲੇ ਜਾਓ, ਸਾਰੇ ਮਹੀਨੇ ਦਾ ਹੀ ਮਾਤਮ ਹੋ ਗਿਆ। ਕਿੱਡਾ ਕਮਾਲ ਦੀ ਗੱਲ ਹੈ ਨਾ। ਸਕੂਲ ਵੀ ਇੱਦਾਂ ਦੇ ਹੋਣੇ ਚਾਹੀਦੇ ਨੇ ਵੀ ਇੱਕੋ ਦਿਨ ਹੀ ਆਓ ਤੇ ਬਾਕੀ ਦਿਨ ਆਉਣ ਦੀ ਲੋੜ ਹੀ ਨਹੀਂ। ਫਿਰ ਟੀਚਰ ਵੀ ਇੱਦਾਂ ਦੇ ਹੋਣੇ ਵੀ ਇੱਕੋ ਦਿਨ ਆਈਏ ਤੇ 30 ਦਿਨਾਂ ਦੀ ਤਨਖਾਹ ਦੇ ਦਿਓ ਸਾਨੂੰ। ਇਹ ਕੀ ਖੇਡ ਚੱਲਦੀ ਪਈ ਹੈ ਸਾਡੇ ਦੇਸ਼ ਦੇ ਵਿੱਚ? ਔਰ ਚੰਗੇ ਪੜ੍ਹੇ ਲਿਖੇ ਕਰਦੇ ਨੇ, ਅਨਪੜ੍ਹਾਂ ਤੇ ਵਿਚਾਰਿਆਂ ਨੇ ਕਰਨਾ ਹੀ ਉਹਨਾਂ ਦੇ ਪਿੱਛੇ ਲੱਗ ਕੇ। ਪੜ੍ਹੇ ਲਿਖੇ ਵੀ ਇਹ ਕੰਮ ਕਰਦੇ ਨੇ ਵੀ ਨਹੀਂ ਇਹ ਤੇ ਇੱਦਾਂ ਹੀ ਹੁੰਦਾ ਹੈ। ਜਿੰਨੇ ਵਹਿਮੀ ਅਨਪੜ੍ਹ ਉਹਦੇ ਤੋਂ ਕਿਤੇ ਜ਼ਿਆਦਾ ਵਹਿਮੀ ਪੜ੍ਹੇ ਲਿਖੇ ਨੇ। ਬਹੁਤ ਵਿਰਲੇ ਹੋਣਗੇ ਜਿਹੜੇ ਛੱਡ ਚੁੱਕੇ ਨੇ ਇਹਨਾਂ ਚੀਜ਼ਾਂ ਨੂੰ। ਲੇਖ ਅਲੇਖ ਵਿਸ਼ੇਖ ਬਣਨਦੇ। ਭਾਈ ਹਿਸਾਬਾਂ ਕਿਤਾਬਾਂ ਤੋਂ ਉੱਤੇ ਉੱਠ ਗਏ। ਉਹਨਾਂ ਦੇ ਪਾਠ ਗਿਣਤੀਆਂ ਮਿਣਤੀਆਂ ਵਾਲੇ ਨਹੀਂ ਨੇ। ਤੁਸੀਂ ਵੀ ਤਾਂ ਰੋਜ਼ ਆ ਕੇ ਬੈਠਦੇ ਹੀ ਜੇ। ਤੁਹਾਡੇ ਵਿੱਚੋਂ ਕੌਣ ਗਿਣ ਕੇ ਬੈਠਦਾ ਵੀ ਇੰਨੇ ਦਿਨ ਹੀ ਬੈਠਣਾ ਗੁਰਦੁਆਰੇ? ਕਿਸੇ ਦਿਨ ਬੰਦਾ ਨਹੀਂ ਠੀਕ ਹੁੰਦਾ, ਨਹੀਂ ਵੀ ਆਉਂਦਾ, ਕਿਤੇ ਦੂਰ ਗਿਆ ਹੁੰਦਾ ਤਾਂ ਵੀ ਨਹੀਂ ਆਉਂਦਾ ਹੈ। ਲਗਾਤਾਰ ਤੇ ਹਾਜ਼ਰੀ ਭਰੀ ਜਾ ਰਹੀ ਹੈ ਨਾ।
ਅਸੀਂ ਗਿਣਤੀਆਂ ਲੈ ਕੇ ਥੋੜ੍ਹਾ ਬੈਠੇ ਹਾਂ, ਜਿੰਨਾ ਸਮਾਂ ਬੈਠਾ ਗਿਆ ਠੀਕ ਹੈ, ਨਹੀਂ ਬੈਠਾ ਗਿਆ ਮਹਾਰਾਜ ਦੀ ਮੌਜ। ਗਿਣਤੀਆਂ ਦੇ ਵਿੱਚ ਨਹੀਂ ਪਾਠ ਤੇ ਨਾ ਹੀ ਸੇਵਾ ਗਿਣਤੀ ਦੇ ਵਿੱਚ ਹੈ। ਹਜ਼ੂਰ ਫਿਰ ਅਗਲੀ ਗੱਲ ਕਰਦੇ ਨੇ, ਵੇਖੋ ਜੇ ਇਹ ਹੋਵੇਗਾ ਜਗਮਗ ਜੋਤ ਉਦੋਤ ਕਰ ਸੂਰਜ ਚੰਦ ਨਾ ਲੱਖ ਪੁਜੰਦੇ। ਇੱਕ ਨਾ ਪੁਰਾਣਾਂ ਦੇ ਵਿੱਚ ਇੱਕ ਘਟਨਾ ਦਾ ਜ਼ਿਕਰ ਆਉਂਦਾ ਹੈ। ਉਹ ਰਾਜਾ ਜਨਕ ਤੇ ਰਿਸ਼ੀ ਜਾਗਵਲਕ ਦੇ ਵਿੱਚ ਗੱਲਬਾਤ ਹੋਈ ਹੈ। ਡਾਕਟਰ ਬਲਬੀਰ ਸਿੰਘ ਹੁਣਾਂ ਨੇ ਉਸ ਗੱਲ ਨੂੰ ਬੋਲਿਆ। ਉਹ ਰਾਜਾ ਜਨਕ ਨਾ ਸਵਾਲ ਕਰਦਾ ਰਿਸ਼ੀ ਨੂੰ ਵੀ ਬੰਦਾ ਕਿਹੜੀਆਂ ਚੀਜ਼ਾਂ ਦੇ ਨਾਲ ਵੇਖਦਾ ਹੈ। ਅੱਜ ਕੱਲ੍ਹ ਸਾਡੇ ਕੋਲ ਲਾਈਟ ਹੈ, ਜਦੋਂ ਉਹ ਲਿਖੇ ਕਿ ਉਦੋਂ ਲਾਈਟ ਹੈ ਨਹੀਂ ਸੀ। ਉਹ ਕਹਿੰਦਾ ਜੀ ਬੰਦਾ ਸੂਰਜ ਦੀ ਰੋਸ਼ਨੀ ਨਾਲ ਵੇਖਦਾ। ਰਿਸ਼ੀ ਜਾਗਵਲਕ ਕਹਿੰਦਾ ਵੀ ਬੰਦਾ ਸੂਰਜ ਦੀ ਰੋਸ਼ਨੀ ਨਾਲ ਵੇਖਦਾ। ਤੇ ਉਹ ਅੱਗੋਂ ਜਨਕ ਕਹਿ ਦਿੰਦਾ ਵੀ ਜੇ ਸੂਰਜ ਨਾ ਹੋਵੇ ਤਾਂ ਕਹਿੰਦਾ ਫਿਰ ਚੰਦਰਮਾ ਦੇ ਨਾਲ ਵੇਖਦਾ। ਜੇ ਸੂਰਜ ਤੇ ਚੰਦਰਮਾ ਦੋਵੇਂ ਨਾ ਹੋਣ ਫਿਰ ਕਿਹਦੇ ਨਾਲ ਵੇਖਦਾ? ਕਹਿੰਦਾ ਫਿਰ ਅੱਗ ਦੇ ਨਾਲ ਵੇਖਦਾ ਹੈ, ਉਦੋਂ ਅੱਗ ਸੀ। ਤੇ ਜੇ ਇਹ ਤਿੰਨੇ ਨਾ ਹੋਣ ਤੇ ਫਿਰ ਬੰਦਾ ਕਿੱਦਾਂ ਵੇਖਦਾ? ਕਹਿੰਦਾ ਫਿਰ ਬੰਦਾ ਆਪਣੀ ਬੋਲੀ ਦੇ ਨਾਲ ਵੇਖਦਾ। ਅਸੀਂ ਕਹਿ ਦਿੰਦੇ ਹਾਂ ਨਾ ਘਰ 'ਚ ਲਾਈਟ ਬੰਦ ਹੋ ਗਈ ਹੈ, ਜਿੰਨਾ ਚਿਰ ਲਾਈਟ ਜਗਾਉਣੀ ਹੈ ਤਾਂ ਬੋਲ ਦਿੰਦੇ ਹਾਂ ਵੀ ਉਹ ਇੱਥੇ ਹੀ ਖੜ ਜਾਓ। ਉਹ ਕੀ ਹੁੰਦਾ? ਬੋਲੀ ਦੇ ਨਾਲ ਸਮਝਾ ਲੈਣਾ, ਬੋਲੀ ਦੇ ਨਾਲ ਵੇਖ ਲਿਆ ਅਸੀਂ। ਕਹਿੰਦਾ ਜੇ ਇਹ ਚੌਵੇਂ ਨਾ ਹੋਣ ਫਿਰ ਰਿਸ਼ੀ ਕਹਿੰਦਾ ਅੰਦਰ ਇੱਕ ਨਾ ਚਾਨਣ ਹੁੰਦਾ ਹੈ, ਜਿਸ ਚਾਨਣ ਦੇ ਨਾਲ ਬੰਦਾ ਵੇਖਦਾ ਹੈ। ਨਹੀਂ ਕੋਈ ਬੋਲਣ ਵਾਲਾ, ਨਹੀਂ ਕੋਈ ਸੁਣਨ ਵਾਲਾ, ਨਹੀਂ ਕੋਈ ਲਾਈਟ, ਕੋਈ ਕੁਝ ਨਹੀਂ ਹੈਗਾ। ਬੰਦਾ ਫਿਰ ਵੀ ਆਪਣੇ ਅੰਦਾਜ਼ੇ ਦੇ ਨਾਲ ਤੁਰਦਾ ਹੈ। ਉਹ ਕੀ ਹੁੰਦਾ ਹੈ? ਉਹ ਉਹਦੇ ਅੰਦਰ ਦੀ ਲਾਈਟ ਹੁੰਦੀ ਹੈ, ਉਹ ਉਹਦੇ ਅੰਦਰ ਦਾ ਚਾਨਣ ਹੁੰਦਾ ਹੈ। ਇਹਨੂੰ ਸਿਰਫ ਸਮਝਣ ਦੀ ਖਾਤਰ ਅਸੀਂ ਬੋਲਿਆ ਹੈ। ਇੱਦਾਂ ਇੱਕ ਜੋਤ ਜਿਹੜੀ ਹੈ ਉਹ ਸਾਡੇ ਅੰਦਰ ਹੈ। ਉਹ ਇੱਦਾਂ ਨਹੀਂ ਵੀ ਜਿੱਦਾਂ ਬਾਹਰ ਕਿਤੇ ਮੋਮਬੱਤੀ ਜਾਂ ਦੀਵਾ ਜਗਦਾ ਪਿਆ ਜਾਂ ਲਾਈਟ ਜਗਦੀ ਪਈ ਤੇ ਕਿਤੇ ਇੱਦਾਂ ਦੀ ਜੋਤ ਹੈ, ਨਹੀਂ। ਜਗਮਗ ਜੋਤ ਉਦੋਤ ਕਰ, ਜਿਹੜੀ ਅੰਦਰ ਮਾਲਕ ਨੇ ਸਭ ਮਹਿ ਜੋਤ ਜੋਤ ਹੈ ਸੋਏ ਵਾਲਾ ਸਾਡਾ ਸਿਧਾਂਤ ਸਾਨੂੰ ਦਿੱਤਾ ਹੈ ਨਾ, ਜਦੋਂ ਉਹ ਸਾਡੇ ਅੰਦਰ ਪ੍ਰਤੱਖ ਹੋ ਜਾਂਦੀ ਹੈ, ਕਹਿੰਦੇ ਨੇ ਇਸ ਜੋਤ ਦੇ ਮੁਕਾਬਲੇ ਦੇ ਉੱਤੇ ਸੂਰਜ ਚੰਦ ਨਾ ਲੱਖ ਪੁਜੰਦੇ। ਲੱਖਾਂ ਸੂਰਜ ਤੇ ਲੱਖਾਂ ਚੰਦਰਮਾ ਵੀ ਨਹੀਂ ਪਹੁੰਚ ਸਕਦੇ। ਕਿਉਂ? ਕਿਉਂਕਿ ਸੂਰਜ ਦਾ ਤੇ ਚੰਦਰਮਾ ਦਾ ਕੰਮ ਬਾਹਰ ਹੈ। ਜਿਹੜਾ ਅਨਪੜ੍ਹ ਹੈ ਉਹਦੇ ਲਾਗੇ ਤੁਸੀਂ ਜਿੰਨੇ ਮਰਜ਼ੀ ਦੀਵੇ ਰੱਖ ਦੇਵੋ, ਅਨਪੜ੍ਹ ਕੀ ਪੜ੍ਹ ਲਵੇਗਾ? ਤੇ ਈਵਨ ਕਿ ਜਿਹੜਾ ਅੰਨਾ ਹੈ ਉਹਨੂੰ 100 ਸੂਰਜਾਂ ਦੇ ਨਾਲ ਵੀ ਕੋਈ ਮਤਲਬ ਨਹੀਂ ਹੈ। ਜਿਹੜਾ ਹੈ ਹੀ ਅੱਖਾਂ ਤੋਂ ਹੀਣਾ ਹੈ ਉਹਨੂੰ ਤੁਸੀਂ 100 ਸੂਰਜ ਦੇ ਦਿਓ, ਉਹਨੂੰ 50 ਸੂਰਜ ਦਿਖਾ ਦਿਓ, ਜੋ ਮਰਜ਼ੀ ਕਰ ਦਿਓ, ਉਹਦੇ ਲਈ ਕੀ ਹੈ? ਕੁਝ ਵੀ ਨਹੀਂ ਹੈ। ਹਜ਼ੂਰ ਕਹਿੰਦੇ ਅੰਧੇ ਚਾਨਣ ਰੱਖੀਏ ਦੀਵੇ ਬੜੈ 50, ਉਹਦੇ ਲੱਗੇ 50 ਦੀਵੇ ਜਗਾ ਦਿਓ। ਆ ਦੀਵਾਲੀ ਆਉਣੀ ਹੈ, ਇਹ ਤੇ ਉਹਨਾਂ ਲਈ ਹੈ ਜਿਹਨਾਂ ਨੂੰ ਦਿਸਦਾ ਹੈ, ਜਿਹਨਾਂ ਨੂੰ ਦਿਸਦਾ ਹੀ ਨਹੀਂ ਉਹਨਾਂ ਲਈ ਕੀ ਦੀਵਾਲੀ ਹੈ? ਇਹ ਸਿਰਫ ਸਮਝਣ ਦੀ ਖਾਤਰ ਗੱਲ ਹੈ। ਭਾਈ ਅੰਦਰ ਦਾ ਜਿਹੜਾ ਚਾਨਣ ਹੈ ਨਾ, ਸੂਰਜ ਤੇ ਚੰਦਰਮਾ ਲੱਖਾਂ ਵੀ ਹੋਣ ਉਸ ਚਾਨਣ ਦੀ ਬਰਾਬਰੀ ਨਹੀਂ ਕਰ ਸਕਦੇ। ਇਹ ਅੰਦਰ ਦੀ ਪਾਵਰ ਹੈ। ਫਿਰ ਨਾਲ ਕੀ ਹੈ? ਹਉਮੈ ਗਰਭ ਨਿਵਾਰ ਕੈ ਸਾਧ ਸੰਗਤ ਸੱਚ ਮੇਲ ਮਿਲਣ ਦੇ। ਸੰਗਤ ਦੇ ਵਿੱਚ ਕਿੱਦਾਂ ਮਿਲਦੇ ਨੇ? ਆਪਣੇ ਅਹੰਗ ਨੂੰ ਛੱਡ ਕੇ ਮਿਲਦੇ ਨੇ, ਆਪਣੇ ਹੰਕਾਰ ਨੂੰ ਛੱਡ ਕੇ ਮਿਲਦੇ ਨੇ। ਇਹਨੂੰ ਕਿਉਂਕਿ ਅਸੀਂ ਨਾਲ ਨਾਲ ਆਪਣਾ ਵੀ ਕੰਪੈਰੀਜ਼ਨ ਕਰੀ ਜਾਂਦੇ ਹੁੰਦੇ ਹਾਂ। ਇਹੋ ਜਿਹੇ ਬੰਦਿਆਂ ਦੇ ਹਾਲ ਵੀ ਵੇਖੀਦੇ ਨੇ ਜਿਨ੍ਹਾਂ ਦੀਆਂ ਲੜਾਈਆਂ ਬਾਹਰ ਹੁੰਦੀਆਂ ਨੇ ਤੇ ਬਾਹਰ ਦੀਆਂ ਲੜਾਈਆਂ ਗੁਰਦੁਆਰਿਆਂ ਵਿੱਚ ਲੈ ਆਉਂਦੇ ਨੇ। ਫਿਰ ਕੀ ਹੁੰਦਾ ਹੈ? ਉਹ ਗੁਰਦੁਆਰੇ ਬੈਠਾ ਸੀ, ਮੈਂ ਤਾਂ ਗੁਰਦੁਆਰੇ ਨਹੀਂ ਗਿਆ। ਕਿਉਂਕਿ ਧੜੇ ਏਡੇ ਵੱਡੇ ਬਣ ਜਾਂਦੇ ਨੇ ਕਈਆਂ ਦੇ ਵੀ ਇੱਕ ਜਾਣਾ ਧੜੇ ਵਾਲਾ ਉਹ ਪਹਿਲਾਂ ਆ ਕੇ ਬੈਠਾ ਹੋਇਆ, ਦੂਜਾ ਉਹਨਾਂ ਚਿਰ ਗੁਰਦੁਆਰੇ ਨਹੀਂ ਜਾਂਦਾ। ਜੇ ਆ ਗਿਆ ਤਾਂ ਪਹਿਲਾਂ ਉੱਠ ਕੇ ਬਾਹਰ ਚਲਾ ਜਾਂਦਾ ਵੀ ਹੁਣ ਇਹ ਆ ਗਿਆ, ਹੁਣ ਮੈਂ ਇੱਥੇ ਕੀ ਕਰਨਾ। ਇਹ ਪ੍ਰੋਬਲਮਸ ਆ ਗਈਆਂ ਸਾਡੇ ਵਿੱਚ। ਅਸੀਂ ਕਹਿੰਦੇ ਵੀ ਸਾਰੇ ਬਰਾਬਰੀ ਦੇ ਉੱਤੇ ਬੈਠਦੇ ਨੇ ਕਿਉਂਕਿ ਈਗੋ ਏਡੀ ਵੱਡੀ ਹੈ ਵੀ ਮੈਂ ਦੂਜੇ ਨੂੰ ਕਿਉਂ ਬਰਦਾਸ਼ਤ ਕਰਾਂ। ਭਾਈ ਗੁਰਦਾਸ ਕਹਿੰਦੇ ਹਉਮੈ ਗਰਭ ਨਿਵਾਰ ਕੈ, ਭਾਈ ਆਪਣੀ ਹਉਮੈ ਤੇ ਮਾਣ ਨੂੰ ਛੱਡ ਕੇ। ਮੈਂ ਜੋ ਕੁਝ ਵੀ ਹਾਂ ਨਾ ਸੰਗਤ ਦੇ ਵਿੱਚ ਅਕਸਰ ਬੇਨਤੀ ਕਰਦਾ ਹੁੰਦਾ, ਇਹ ਗੇਟ ਤੋਂ ਬਾਹਰ ਹੀ ਹੈ। ਮੈਂ ਕੀ ਹਾਂ? ਉਹ ਗੇਟ ਤੋਂ ਬਾਹਰ ਹੈ। ਇੱਥੇ ਸਿਰਫ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸਿੱਖ ਹਾਂ ਨਾ। ਤੇ ਇੱਥੇ ਕੋਈ ਮੈਂ ਆਪਣੀ ਗੱਲ ਵੀ ਵਿੱਚ ਹੀ ਕਰਦਾ ਪਿਆ। ਆ ਸਿਰਫ ਅੱਧਾ ਕੁ ਘੰਟਾ ਹੈ ਵੀ ਤੁਹਾਡੇ ਸਾਹਮਣੇ ਆ ਕੇ ਇੱਥੇ ਬੈਠ ਜਾਂਦੇ ਹਾਂ। ਇਹ ਕੋਈ ਮਸਲਾ ਨਹੀਂ ਹੈ। ਤੁਸੀਂ ਸ਼ਨੀਵਾਰ ਵੀ ਤੇ ਵੇਖਦੇ ਜੇ ਕਿੰਨੇ ਜਾਣੇ ਇਸ ਸਟੇਜ ਦੇ ਉੱਤੇ ਆ ਕੇ ਬੈਠਦੇ ਨੇ। ਕੋਈ ਯੂਨੀਕ ਥੋੜ੍ਹਾ ਨਾ ਵੀ ਅਸੀਂ ਸਾਰਾ ਕੁਝ ਕਰਨ ਵਾਲੇ ਹਾਂ, ਕੋਈ ਵੀ ਕਰ ਸਕਦਾ ਹੈ। ਉਹ ਇਸ ਕਰਕੇ ਸਮਝਣ ਦੀ ਲੋੜ ਹੈ। ਆ ਥੋੜ੍ਹਾ ਚਿਰ ਪਹਿਲਾਂ ਹੀ ਉਹ ਸੰਗਤ ਦੇ ਵਿੱਚੋਂ ਬੈਠੇ ਸੀ ਤਾਬਿਆ। ਕਾਰਨ ਕੀ ਹੈ? ਕੋਈ ਇੱਦਾਂ ਦੀ ਗੱਲ ਨਹੀਂ ਵੀ ਅਸੀਂ ਕੁਝ ਵੱਖਰੇ ਚੱਲਦੇ ਪਏ ਹਾਂ ਵੀ ਸਾਡੇ ਕੋਲੋਂ ਹੀ ਇਹ ਕੰਮ ਹੋਣਾ ਚਾਹੀਦਾ ਹੈ। ਹੰਕਾਰ ਕਿਹੜੀ ਗੱਲ ਦਾ ਹੋਵੇ? ਅਸੀਂ ਜੋ ਵੀ ਹਾਂ ਸਾਰਾ ਕੁਝ ਗੇਟ ਤੋਂ ਬਾਹਰ ਹੋਵੇ। ਕਿਸੇ ਗੱਲ ਦਾ ਹੰਕਾਰ ਨਾ ਹੋਵੇ ਵੀ ਬੰਦਾ ਆਪਣੀ ਪੰਡ ਲੈ ਕੇ ਆ ਗਿਆ ਵੀ ਮੈਂ ਬਾਹਰ ਵਕੀਲ ਹਾਂ ਤੇ ਗੁਰਦੁਆਰੇ ਵੀ ਵਕੀਲ ਹੀ ਹੋਵਾਂਗਾ, ਮੈਂ ਬਾਹਰ ਪ੍ਰਧਾਨ ਹਾਂ ਤੇ ਗੁਰਦੁਆਰੇ ਵੀ ਪ੍ਰਧਾਨ ਹੀ ਹੋਵਾਂਗਾ। ਗੁਰਦੁਆਰੇ ਕੋਈ ਪ੍ਰਧਾਨ ਨਹੀਂ ਹੁੰਦਾ, ਗੁਰਦੁਆਰੇ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਇੱਥੇ ਕੋਈ ਨਹੀਂ ਹੈ। ਇਹਨਾਂ ਸ਼ਬਦਾਂ ਨੂੰ ਸਮਝਣ ਦੀ ਲੋੜ ਹੈ। ਜਦੋਂ ਤੱਕ ਬੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਹਿਮੀਅਤ ਨਹੀਂ ਮੰਨਦੇ ਗੁਰੂ ਘਰ ਦੇ ਵਿੱਚ, ਉਹ ਬੰਦਿਆਂ ਦੇ ਸੇਵਕ ਬਣਨਗੇ। ਹਾਏ ਉਹ ਆ ਗਿਆ ਹੁਣ ਕੁਝ ਕਹਿ ਨਾ ਦੇਵੇ,
ਚੱਲ ਗਿਆ ਤੇ ਸ਼ੁਕਰ ਹੈ। ਇਹ ਬੰਦੇ ਇਦਾਂ ਹੀ ਡਰਨਗੇ। ਫਿਰ ਇਹ ਬੰਦਿਆਂ ਦੇ ਡਰ ਹੁੰਦੇ ਨੇ। ਹਉਮੈ ਗਰਭ ਨਿਵਾਰ ਕੇ ਭਾਈ ਸੰਗਤ ਦੇ ਵਿੱਚ ਨਿਰਮਾਣ ਹੋ ਕੇ ਵਿਚਰਨਾ ਹੈ। ਕਾਹਦੀ ਹਉਮੈ ਹੈ? ਮੈਂ ਬੇਨਤੀ ਕਰਦਾ ਹੁੰਨਾ, ਵੇਖੋ ਸੰਗਤ ਹੈ, ਪਤਾ ਨਹੀਂ ਕਿੱਦਾਂ ਕਿੱਦਾਂ ਦੇ ਬੰਦੇ ਸੰਗਤ ਦੇ ਵਿੱਚ ਆ ਕੇ ਬੈਠੇ ਹੋਣ। ਚਲੋ ਮੈਂ ਤਾਂ ਬੋਲੀ ਜਾਣਾ, ਤੇ ਮੇਰੇ ਬਾਰੇ ਤਾਂ ਤੁਹਾਨੂੰ ਪਤਾ ਹੀ ਆ ਵੀ ਕਿੰਨਾ ਕੁ ਮੈਂ ਮਾਲਕ ਹਾਂ ਇਹਨਾਂ ਚੀਜ਼ਾਂ ਦਾ। ਤੁਹਾਡੇ ਵਿੱਚੋਂ ਬਹੁਤੇ ਬੰਦੇ ਬੋਲੇ ਹੀ ਨਹੀਂ ਕਦੀ, ਤੇ ਕੀ ਪਤਾ ਕਿਹੜੀਆਂ ਕਿਹੜੀਆਂ ਅੰਦਰ ਚੀਜ਼ਾਂ ਲੈ ਕੇ ਬੈਠੇ ਪਏ ਨੇ। ਇਸ ਕਰਕੇ ਹਰ ਇੱਕ ਨੂੰ ਅੰਡਰ ਐਸਟੀਮੇਟ ਕਰਨ ਵਾਲੀ ਤਾਕਤ ਨਾ ਹੋਵੇ ਵੀ ਮੈਨੂੰ ਜ਼ਿਆਦਾ ਪਤਾ, ਮੈਨੂੰ ਸਿੱਖੀ ਦੇ ਬਾਰੇ ਜ਼ਿਆਦਾ ਪਤਾ ਤੇ ਮੈਂ ਜ਼ਿਆਦਾ ਜਾਣਦਾ ਹਾਂ। ਕੀ ਪਤਾ ਕੌਣ ਕਿਵੇਂ ਦਾ ਬੈਠਾ ਹੋਇਆ ਸੰਗਤ ਦੇ ਵਿੱਚ। ਭਾਈ ਗੁਰਦਾਸ ਸਾਹਿਬ ਕਹਿੰਦੇ ਹਉਮੈ ਗਰਭ ਨਿਵਾਰ ਕੇ, ਭਾਈ ਹੰਕਾਰ ਛੱਡ ਕੇ ਸੰਗਤ ਦੇ ਵਿੱਚ ਬਹਿੰਦੇ ਨੇ। ਸਾਧ ਸੰਗਤ ਸੱਚ ਮੇਲ ਮਿਲਣ ਦੇ, ਇੱਦਾਂ ਸੰਗਤ ਦੇ ਵਿੱਚ ਬਾਕੀਆਂ ਦੇ ਨਾਲ ਬੈਠਦੇ ਨੇ। ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਉਹਨਾਂ ਦੇ ਅੰਦਰ। ਫਿਰ ਨਾਲ ਕੀ ਹੈ? ਸਾਧ ਸੰਗਤ ਪੂਰਨ ਬ੍ਰਹਮ ਚਰਨ ਕਵਲ ਪੂਜਾ ਪ੍ਰਚੰਦੇ। ਉਹਨਾਂ ਨੂੰ ਸੰਗਤ ਦੇ ਵਿੱਚ ਰੱਬ ਵਸਦਾ ਪ੍ਰਤੀਤ ਹੁੰਦਾ ਹੈ। ਉਹ ਰੱਬ ਕਿਤੇ ਇੱਦਾਂ ਦੀ ਖੇਡ ਥੋੜ੍ਹਾ ਸਾਡੇ ਲਈ ਸਮਝਾ ਦਿੱਤੀ ਗਈ ਮਹਾਰਾਜ ਨੇ ਵੀ ਉਹਨੂੰ ਕਿਸੇ ਖਾਸ ਥਾਂ ਦੇ ਉੱਤੇ ਜਾ ਕੇ ਪੂਜੋ। ਹੁਣ ਖਾਸ ਥਾਂ ਦੇ ਪੂਜਣ ਦਾ ਮਤਲਬ ਮੈਂ ਫੇਰ ਕਹਿ ਦੇਵਾਂ, ਗੁਰਦੁਆਰਾ ਸਾਡਾ ਸਕੂਲ ਹੈ। ਠੀਕ ਹੈ, ਸਾਡੇ ਧਾਰਮਿਕਤਾ ਦੇ ਸੈਂਟਰ ਨੇ, ਪਰ ਸਾਡਾ ਸਕੂਲ ਹੈ। ਇੱਥੋਂ ਅਸੀਂ ਸਿੱਖਦੇ ਪਏ ਹਾਂ ਸਿੱਖੀ ਨੂੰ। ਕਮਾਉਣੀ ਤੇ ਅਸੀਂ ਬਾਹਰ ਜਾ ਕੇ ਹੀ ਹੈ। ਕਮਾਉਣੀ ਤੇ ਅਸੀਂ ਇਹਦੇ ਤੋਂ ਬਾਅਦ 'ਚ ਹੈ ਵੀ ਜੋ ਸੁਣਿਆ ਹੈ ਉਹ ਜ਼ਿੰਦਗੀ ਦੇ ਵਿੱਚ ਆਇਆ ਕਿ ਨਹੀਂ। ਸਾਧ ਸੰਗਤ ਪੂਰਨ ਬ੍ਰਹਮ, ਸੰਗਤ ਨੂੰ ਇੱਦਾਂ ਵੇਖਣਾ ਹੁੰਦਾ ਹੈ। ਪਰਸੋਂ ਸ਼ਾਇਦ ਇਸ ਗੱਲ ਦੀ ਵਿਚਾਰ ਵੀ ਹੋਈ ਹੈ। ਸੰਗਤ ਨੂੰ ਇੱਦਾਂ ਵੇਖਣਾ ਹੁੰਦਾ ਵੀ ਇਹ ਆਮ ਜਿਹੇ ਬੰਦੇ ਨਹੀਂ ਬੈਠੇ, ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬੱਚੇ ਬੈਠੇ ਨੇ, ਇਹ ਰੱਬ ਦਾ ਰੂਪ ਬੈਠਾ ਹੋਇਆ ਹੈ। ਇੱਦਾਂ ਸੰਗਤ ਨੂੰ ਵੇਖਣਾ ਹੁੰਦਾ ਹੈ। ਰਿਸ਼ਤੇਦਾਰੀਆਂ ਤੋਂ ਉੱਤੇ ਹੋ ਕੇ ਵੇਖਣਾ ਹੁੰਦਾ ਹੈ। ਚਰਨ ਕਵਲ ਪੂਜਾ ਪ੍ਰਚੰਦੇ, ਰੱਬ ਦੇ ਕਮਲ ਵਰਗੇ ਚਰਨਾਂ ਦੀ ਪੂਜਾ ਕਰਦੇ ਨੇ। ਇਹਦਾ ਭਾਵ ਕੀ ਹੈ? ਹੁਣ ਜੇ ਵੈਸੇ ਕਿਸੇ ਦੇ ਕਮਲ ਵਰਗੇ ਪੈਰ ਹੋਣ ਤੇ ਉੱਦਾਂ ਹੀ ਨਹੀਂ ਚੰਗੇ ਲੱਗਣੇ। ਤੁਸੀਂ ਕਮਲ ਦਾ ਫੁੱਲ ਵੇਖਿਆ ਹੋਵੇ, ਜੇ ਕਿਸੇ ਦੇ ਪੈਰ ਕਮਲ ਦੇ ਵਰਗੇ ਹੋਣ ਤੇ ਕਿੱਦਾਂ ਦੇ ਲੱਗਣਗੇ ਪੈਰ ਭਲਾ? ਕਮਲ ਅਸਲ ਦੇ ਵਿੱਚ ਜਿਹੜਾ ਹੈ ਉਹ ਸਾਡਾ ਇੱਦਾਂ ਕਹਿ ਲਓ ਵੀ ਬੜਾ ਪੁਰਾਣਾ ਫੁੱਲ ਹੈ। ਰਾਸ਼ਟਰੀ ਫੁੱਲ ਵੀ ਕਿਹਾ ਜਾਂਦਾ, ਬੜਿਆਂ ਕਵੀਆਂ ਨੇ ਵਰਤਿਆ। ਉਹ ਇੱਕ ਪ੍ਰਚਲਿਤ ਗੱਲ ਹੋ ਗਈ ਵੀ ਇਹ ਕਮਲ ਬੜਾ ਸੋਹਣਾ ਹੁੰਦਾ ਹੈ, ਚਿੱਕੜ ਦੇ ਵਿੱਚ ਰਹਿ ਕੇ ਵੀ ਸੋਹਣਾ ਹੁੰਦਾ ਹੈ। ਇਸ ਕਰਕੇ ਜਦੋਂ ਕਿਤੇ ਰੱਬ ਦੇ ਚਰਨਾਂ ਦੀ ਗੱਲ ਆਈ ਤੇ ਉਹਨੂੰ ਕਮਲ ਵਰਗੇ ਚਰਨ ਕਹਿਣਾ ਸ਼ੁਰੂ ਕਰ ਦਿੱਤਾ। ਉਹਦੇ ਕੋਈ ਖਾਸ ਚਰਨ ਨਹੀਂ ਇੱਦਾਂ ਦੇ ਵੀ ਸ਼ਾਇਦ ਕਮਲ ਵਰਗੇ ਹੋਣਗੇ। ਇੱਥੇ ਭਾਵ ਹੈ ਸੁੰਦਰਤਾ। ਭਾਈ ਸੰਗਤ ਨੂੰ ਰੱਬ ਮੰਨਦੇ ਨੇ, ਸੰਗਤ ਨੂੰ ਰੱਬ ਦਾ ਰੂਪ ਮੰਨਦੇ ਨੇ, ਤੇ ਫਿਰ ਕੀ ਹੈ? ਇਸੇ ਹੀ ਸੰਗਤ ਦੇ ਵਿੱਚ ਆ ਕੇ ਸੰਗਤ ਦੀ ਸੇਵਾ ਦੇ ਵਿੱਚ ਤੇ ਰੱਬ ਦੀ ਪੂਜਾ ਦੇ ਵਿੱਚ ਪਰਚਦੇ ਨੇ। ਸਾਡੇ ਲਈ ਸੰਗਤ ਦੀ ਸੇਵਾ ਸਭ ਤੋਂ ਉੱਤੇ ਹੈ, ਬਾਕੀ ਸਾਰੀਆਂ ਚੀਜ਼ਾਂ ਸੈਕੰਡਰੀ ਨੇ। ਫਿਰ ਨਾਲ ਸੁਖ ਸੰਪਟ ਹੋਏ ਭਵਰ ਵਸੰਦੇ। ਸੰਪਟ ਦਾ ਮਤਲਬ ਵੈਸੇ ਹੁੰਦਾ ਹੈ ਡੱਬਾ। ਜਿੱਦਾਂ ਭੌਰਾ ਆ ਕੇ ਤੇ ਕਮਲ ਦੇ ਵਿੱਚ ਜਿਹੜਾ ਹੈ ਉਹ ਲੱਗਾ ਰਹਿੰਦਾ ਤੇ ਕਮਲ ਬੰਦ ਹੋ ਜਾਂਦਾ ਨਾ, ਇੱਦਾਂ ਸਿੱਖ ਨੇ ਗੁਰਦੁਆਰੇ ਨਾਲ ਆ ਕੇ ਜੁੜਨਾ ਹੁੰਦਾ। ਇੱਦਾਂ ਅਸੀਂ ਜੁੜਨਾ ਹੁੰਦਾ। ਸਾਡਾ ਜਿਹੜਾ ਧਿਆਨ ਹੈ ਨਾ, ਅਸੀਂ ਗੁਰਦੁਆਰੇ ਤੋਂ ਚਲੇ ਵੀ ਜਾਈਏ, ਧਿਆਨ ਗੁਰਦੁਆਰੇ ਵਿੱਚ। ਸੁਰਤ ਜਿਹੜੀ ਆ ਨਾ ਉਹ ਸ਼ਬਦ ਦੇ ਵਿੱਚ ਜਾਣੀ ਚਾਹੀਦੀ ਹੈ, ਸੁਰਤ ਉਹਦੇ ਤੋਂ ਬਾਹਰ ਨਹੀਂ ਹੋਣੀ ਚਾਹੀਦੀ। ਸੁਖ ਸੰਪਟ ਹੋਏ ਭਵਰ ਵਸੰਦੇ, ਜਿੱਦਾਂ ਭੌਰਾ ਕਮਲ ਦੇ ਵਿੱਚ ਵਸਦਾ ਰਹਿੰਦਾ ਹੈ, ਇੱਦਾਂ ਸ਼ਬਦ ਦੇ ਵੱਲ ਧਿਆਨ ਦੇਣਾ ਹੁੰਦਾ ਹੈ, ਤਾਂ ਕਿ ਮੈਨੂੰ ਪਤਾ ਤਾਂ ਲੱਗੇ ਵੀ ਜ਼ਿੰਦਗੀ 'ਚ ਸਿੱਖੀ ਕਿੰਨੀ ਕਰ ਰਹੀ ਹੈ। ਮੈਨੂੰ ਮਾਫ਼ ਕਰਿਓ, ਮੈਂ ਅਗਲੀ ਪੌੜੀ ਦੀ ਗੱਲ ਕਰਾਂਗਾ। ਸਿੱਖੀ ਦਾ ਮਤਲਬ ਇਹਨਾਂ ਗੱਲਾਂ ਦੇ ਨਾਲ ਨਹੀਂ ਹੈ ਵੀ ਮੈਨੂੰ ਬੋਲਣਾ ਕਿੰਨਾ ਆਉਂਦਾ ਹੈ। ਇਹ ਗੱਲਾਂ ਕਿਤਾਬਾਂ ਨੂੰ ਬਹੁਤ ਪਤਾ ਨੇ। ਅੱਜ ਕੱਲ੍ਹ ਤਾਂ ਬੜਾ ਸੌਖਾ ਆ ਗਿਆ। ਪਹਿਲਾਂ 100 ਕਿਤਾਬ ਰੱਖਣੀ ਹੁੰਦੀ ਸੀ ਤੇ ਜਗ੍ਹਾ ਚਾਹੀਦੀ ਹੁੰਦੀ ਸੀ। ਹੁਣ ਲੈਪਟਾਪ ਦੇ ਵਿੱਚ ਜਾਂ ਫੋਨ ਦੇ ਵਿੱਚ 100 ਕਿਤਾਬ ਰੱਖਣੀ ਹੋਵੇ ਤੇ ਵੇਖੋ ਛੋਟਾ ਜਿਹਾ ਮੈਮਰੀ ਕਾਰਡ ਹੈ ਜਾਂ USB ਜਿੱਥੇ ਮਰਜ਼ੀ ਰੱਖ ਲਓ, ਕੋਈ ਚੱਕਰ ਹੀ ਨਹੀਂ। ਉਹਨੂੰ ਵੀ ਛੱਡੋ ਤੁਸੀਂ, ਹੁਣ ਤਾਂ ਸਾਰਾ ਕੁਝ ਆਨਲਾਈਨ ਹੀ ਪਿਆ ਹੈ, ਰੱਖਣ ਦੀ ਵੀ ਕਿਤੇ ਲੋੜ ਨਹੀਂ ਹੈਗੀ, ਸਾਰਾ ਕੁਝ ਉੱਥੋਂ ਹੀ ਆ ਜਾਂਦਾ ਹੈ। ਗੱਲਾਂ ਤੇ ਕਿਤਾਬਾਂ ਨੂੰ ਵੀ ਬਹੁਤ ਪਤਾ ਨੇ, ਇਕੱਲੀਆਂ ਗੱਲਾਂ ਪਤਾ ਹੋਣ ਦੇ ਨਾਲ ਕੁਝ ਨਹੀਂ ਹੈ। ਮੈਨੂੰ ਜਿਹੜਾ ਪਤਾ ਲੱਗ ਗਿਆ ਹੈ, ਮੈਂ ਉਹਨੂੰ ਕਮਾ ਕਿੰਨਾ ਕਰਿਆ ਹਾਂ ਜ਼ਿੰਦਗੀ ਦੇ ਵਿੱਚ, ਫਿਰ ਪਤਾ ਲੱਗੇਗਾ ਵੀ ਸਿੱਖੀ ਕਿੰਨੀ ਕੁ ਮੇਰੇ ਘਰ ਦੇ ਵਿੱਚ ਹੈ ਤੇ ਮੇਰੇ ਨੇੜੇ ਕਿੰਨੀ ਕੁ ਹੈ। ਸੁਣਨਾ ਇੱਕ ਮੰਜ਼ਿਲ ਹੈ, ਕਮਾਉਣਾ ਉਹਦੇ ਤੋਂ ਅੱਗੇ ਦੀ ਗੱਲ ਹੈ। ਸੁਖ ਸੰਪਟ ਹੋਏ ਭਵਰ ਵਸੰਦੇ। ਫਿਰ ਭਾਈ ਗੁਰਦਾਸ ਸਾਹਿਬ ਅਗਲੀ ਪੌੜੀ 'ਚ ਗੱਲ ਕਰਦੇ ਨੇ, ਗੁਰ ਦਰਸ਼ਨ ਪਰਸਣ ਸਫਲ, ਛੇ ਦਰਸ਼ਨ ਇੱਕ ਦਰਸ਼ਨ ਜਾਣੇ। ਗੁਰੂ ਦਾ ਜਿਹੜਾ ਦਰਸ਼ਨ ਕਰਨਾ ਹੈ, ਸੰਗਤ ਦੇ ਵਿੱਚ ਆ ਕੇ ਬੈਠਣਾ ਹੈ। ਇੱਥੇ ਦਰਸ਼ਨ ਦਾ ਮਤਲਬ ਹੁਣ ਅੱਖਾਂ ਵਾਲਾ ਦਰਸ਼ਨ ਨਹੀਂ ਹੈ। ਇੱਥੇ ਦਰਸ਼ਨ ਦਾ ਮਤਲਬ ਹੈ ਸਿਧਾਂਤ, ਜਿਹਨੂੰ ਫਲਸਫਾ ਕਿਹਾ ਜਾਂਦਾ ਹੈ, ਫਿਲਾਸਫੀ ਕਿਹਾ ਜਾਂਦਾ ਹੈ। ਗੁਰ ਦਰਸ਼ਨ ਪਰਸਣ ਸਫਲ, ਭਾਈ ਗੁਰੂ ਦੇ ਸਿਧਾਂਤ ਨੂੰ ਕਮਾਉਣਾ ਸਫਲਤਾ ਵਾਲੀ ਗੱਲ ਹੈ। ਕਿਵੇਂ? ਛੇ ਦਰਸ਼ਨ ਇੱਕ ਦਰਸ਼ਨ ਜਾਣੇ। 6 ਸਕੂਲਸ ਆਫ ਇੰਡੀਅਨ ਫਿਲਾਸਫੀ, ਇਹ ਬੜੇ ਪ੍ਰਚਲਿਤ ਰਹੇ ਨੇ। ਮੈਂ ਅਕਸਰ ਬੇਨਤੀ ਕਰਦਾ ਹੁੰਨਾ
ਹਿੰਦੁਸਤਾਨ ਦੀ ਮੈਂਟੈਲਿਟੀ ਦੇ ਵਿੱਚ ਭਾਵੇਂ ਨਾਸਤਿਕ ਲੋਕ ਨੇ ਤੇ ਭਾਵੇਂ ਆਸਤਿਕ ਲੋਕ ਨੇ, ਇਹਨਾਂ 6 ਗ੍ਰੰਥਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ, ਕਿਉਂਕਿ ਇਹਨਾਂ ਦੇ ਵਿੱਚ ਉਹ ਸਾਂਖ ਇੱਦਾਂ ਦਾ ਹੈ ਜਿਹੜਾ ਰੱਬ ਨੂੰ ਨਹੀਂ ਮੰਨਦਾ। 6 ਸ਼ਾਸਤਰਾਂ ਦੇ ਵਿੱਚ ਸਾਂਖ ਰੱਬ ਦੀ ਗੱਲ ਨਹੀਂ ਕਰਦਾ। ਅਸਲ ਦੇ ਵਿੱਚ ਗੱਲ ਕੀ ਆ ਵੀ ਜਿੱਦਾਂ ਦੇ ਵੀ ਲੋਕ ਹੋਣਗੇ ਉਹਨਾਂ ਦੀ ਮੈਂਟੈਲਿਟੀ ਦੇ ਵਿੱਚ ਇਹ ਜਿਹੜੇ 6 ਗ੍ਰੰਥ ਨੇ ਕਿਤੇ ਨਾ ਕਿਤੇ ਬੋਲਣਗੇ ਹੀ ਬੋਲਣਗੇ, ਭਾਵੇਂ ਉਹਨਾਂ ਨੇ ਪੜ੍ਹੇ ਨੇ ਤੇ ਭਾਵੇਂ ਨਹੀਂ ਪੜ੍ਹੇ, ਕਿਉਂਕਿ ਇਹ ਸਾਡੇ ਸਮਾਜ ਦੇ ਵਿੱਚ ਵਿਚਰਦੇ ਨੇ। ਪਰ ਭਾਈ ਗੁਰਦਾਸ ਸਾਹਿਬ ਕੀ ਕਹਿੰਦੇ ਨੇ, 6 ਦਰਸ਼ਨ ਇੱਕ ਦਰਸ਼ਨ ਜਾਣੇ। ਇਹਨਾਂ 6 ਸਿਧਾਂਤਾਂ ਤੋਂ ਇਹ ਜਿਹੜੇ 6 ਸਕੂਲ ਨੇ, ਸਾਡਾ ਸਕੂਲ ਜਿਹੜਾ ਹੈ ਉਹ ਸਿੱਖੀ ਦਾ, ਗੁਰਮਤਿ ਦਾ ਸਕੂਲ ਹੈ। ਅਸੀਂ ਉਸ ਇੱਕ ਸਕੂਲ ਨੂੰ ਜਾਣਨਾ ਹੈ। ਇਹ ਨਹੀਂ ਵੀ ਸਿੱਖੀ ਦੇ ਵਿੱਚ ਇਹਨਾਂ ਦੀ ਕਿਤੇ ਗੱਲ ਨਹੀਂ ਆਉਂਦੀ, ਕਿਤੇ ਕਿਤੇ ਗੱਲ ਆ ਵੀ ਜਾਂਦੀ ਹੈ, ਪਰ ਕਈਆਂ ਗੱਲਾਂ ਤੋਂ ਗੁਰਮਤਿ ਵੱਖ ਹੈ ਇਹਨਾਂ ਤੋਂ। 6 ਦਰਸ਼ਨ ਇੱਕ ਦਰਸ਼ਨ ਜਾਣੈ, ਦਿਵ ਦਿਸ਼ਟ ਪ੍ਰਗਾਸ ਕਰ, ਲੋਕ ਵੇਦ ਗੁਰ ਗਿਆਨ ਪਛਾਣੈ। ਦਿਵ ਦ੍ਰਿਸ਼ਟ ਇੱਕ ਹੁੰਦੀ ਹੈ ਅੱਖਾਂ ਦੀ ਦ੍ਰਿਸ਼ਟੀ, ਇੱਕ ਹੁੰਦੀ ਹੈ ਇਹਨੂੰ ਚਰਮ ਦ੍ਰਿਸ਼ਟ ਕਿਹਾ ਜਾਂਦਾ ਹੈ। ਹੁਣੇ ਲਾਈਟ ਬੰਦ ਹੋ ਗਈ, ਕਿਸੇ ਨੂੰ ਕੁਝ ਨਹੀਂ ਦਿਸਣਾ, ਇਹ ਇੱਥੋਂ ਤੱਕ ਸੀਮਤ ਹੁੰਦੀ ਹੈ। ਇਸ ਦ੍ਰਿਸ਼ਟੀ ਨੂੰ ਵੇਖਣ ਦੇ ਲਈ ਵੀ ਸਾਨੂੰ ਲਾਈਟ ਦੀ ਜ਼ਰੂਰਤ ਹੈ। ਇਹ ਨਾ ਹੋਵੇ ਸਾਡੀਆਂ ਅੱਖਾਂ ਕੀ ਵੇਖ ਸਕਦੀਆਂ ਨੇ, ਲਾਈਟ ਬੰਦ ਹੋ ਗਈ, ਦਿਸਣਾ ਹਟ ਗਿਆ, ਅੱਖਾਂ ਦੀ ਪ੍ਰੋਬਲਮ ਹੈ। ਜਿਹੜੀ ਮੈਂ ਪਿੱਛੇ ਰਿਸ਼ੀ ਦੇ ਬਾਰੇ ਗੱਲ ਇੱਕ ਪੜ੍ਹੀ ਹੈ ਆਪਾਂ, ਦਿਵ ਦ੍ਰਿਸ਼ਟ ਦਾ ਮਤਲਬ ਇਹ ਹੁੰਦਾ ਹੈ ਵੀ ਭਾਈ ਮੈਨੂੰ ਅੰਦਰ ਤੋਂ ਸਮਝ ਹੈ। ਜਿੱਦਾਂ ਸਾਡੇ ਘਰ ਦੀ ਲਾਈਟ ਬੰਦ ਹੋ ਜਾਵੇ, ਸਾਡੇ ਆਪਣੇ ਘਰ ਦੀ ਲਾਈਟ ਬੰਦ ਵੀ ਹੋ ਜਾਏ ਨਾ ਤਾਂ ਵੀ ਸਾਨੂੰ ਪਤਾ ਹੁੰਦਾ ਵੀ ਕਿਹੜੀ ਚੀਜ਼ ਕਿੱਥੇ ਪਈ ਆ। ਬੰਦਾ ਚੁੱਪ ਕਰਕੇ ਤੁਰ ਕੇ ਤੇ ਲਾਈਟ ਬੰਦ ਤੋਂ ਵੀ ਪਹੁੰਚ ਜਾਵੇਗਾ, ਉੱਥੋਂ ਕਿਹੜੀ ਚੀਜ਼ ਨਜ਼ਰ ਆਉਂਦੀ ਹੈ, ਉਹਦੇ ਅੰਦਰ ਦੀ ਇੱਕ ਚਾਨਣ ਹੈ। ਇਹਨੂੰ ਦਿਵ ਦ੍ਰਿਸ਼ਟ ਕਿਹਾ ਗਿਆ ਹੈ। ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ। ਗੁਰੂ ਅਮਰਦਾਸ ਸਾਹਿਬ, ਇਹ ਇੱਕ ਚੈਪਟਰ ਹੈ ਗੁਰਮਤਿ ਦਾ ਵੀ ਆਮ ਦ੍ਰਿਸ਼ਟੀ ਦੇ ਉੱਤੇ ਵੇਖਣਾ ਕੀ ਹੈ। ਦਿਵ ਦਿਸ਼ਟ ਪ੍ਰਗਾਸ ਕਰ, ਆਮ ਚਮੜੇ ਵਾਲੀ ਬਿਰਤੀ ਤੋਂ, ਜਿਹਦੀ ਸਿਰਫ ਸਕਿਨ ਹੀ ਵੇਖਦੀ ਹੈ ਵੀ ਕੌਣ ਗੋਰਾ ਤੇ ਕੌਣ ਕਾਲਾ ਤੇ ਕੌਣ ਸੋਹਣਾ ਤੇ ਕੌਣ ਭੈੜਾ, ਇਹਦੇ ਤੋਂ ਉੱਤੇ ਉੱਠ ਕੇ ਦਿਵ ਦਿਸ਼ਟ ਪ੍ਰਗਾਸ ਕਰ, ਇਹਨੂੰ ਚਾਨਣ ਕਰਨਾ ਹੁੰਦਾ ਹੈ। ਲੋਕ ਵੇਦ ਗੁਰ ਗਿਆਨ ਪਛਾਣੈ। ਲੋਕ ਵੇਦ ਇੱਕ ਤੇ ਵੇਦ ਹੁੰਦੇ ਨੇ ਜਿੱਦਾਂ 4 ਵੇਦਾਂ ਦੀ ਗੱਲ ਆਉਂਦੀ ਹੈ, ਇੱਕ ਹੁੰਦੇ ਨੇ ਲੋਕ ਵੇਦ। ਲੋਕ ਵੇਦ ਦਾ ਮਤਲਬ ਹੁੰਦਾ ਵੀ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ, ਜਿਹਨੂੰ ਅਕਸਰ ਕਹਿੰਦੇ ਜੀ ਸਿਆਣਿਆਂ ਇੱਦਾਂ ਕਿਹਾ। ਸਿਆਣਿਆਂ ਸਾਰਾ ਕੁਝ ਸਹੀ ਵੀ ਨਹੀਂ ਕਿਹਾ ਹੁੰਦਾ, ਬੜੇ ਬੜੇ ਕਮਲ ਕੁੱਟੇ ਨੇ ਸਿਆਣਿਆਂ ਨੇ, ਕਿਤੇ ਲੋਕੀ ਸਿਆਣੇ ਮੰਨਦੇ ਨੇ ਉਹਨਾਂ ਨੂੰ। ਅੱਜ ਕੱਲ੍ਹ ਵੇਖੋ ਤੁਸੀਂ ਨਾ, ਉਹ ਜਿਹੜੇ ਵਹਿਮਾਂ ਭਰਮਾਂ ਦੇ ਵਿੱਚ ਲੋਕ ਪਏ ਨੇ, ਉੱਥੇ ਜਾ ਕੇ ਬੈਠਦੇ ਨੇ, ਉਹਦੇ ਸਾਰਾ ਦਿਨ ਉੱਥੇ ਧੂੰਆਂ ਨੱਕ ਦੇ ਵਿੱਚ ਲੈਂਦੇ ਰਹਿੰਦੇ ਨੇ, ਤੇ ਕਹਿੰਦੇ ਵੀ ਇਹ ਸਿਆਣੇ ਦੇ ਕੋਲ ਗਏ। ਅੱਜ ਕੱਲ੍ਹ ਇਹਨਾਂ ਨੂੰ ਵੀ ਸਿਆਣੇ ਮੰਨਿਆ ਜਾਂਦਾ। ਸਾਡਾ ਮਤਲਬ ਨਹੀਂ ਹੈ ਵੀ ਕਿਸੇ ਨੇ ਕੀ ਗੱਲ ਕੀਤੀ ਹੈ ਤੇ ਕਿਸੇ ਨੇ ਕੀ ਗੱਲ ਕੀਤੀ ਹੈ। ਸਾਡਾ ਮਤਲਬ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਉਹ ਗੱਲ ਕੀਤੀ ਹੈ ਕਿ ਨਹੀਂ ਗੱਲ ਕੀਤੀ। ਸਾਡੇ ਲਈ ਕੋਈ ਸਿਆਣਾ ਨਹੀਂ ਹੈ, ਸਾਡੇ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਰਸ਼ਨ ਹੈ। ਮੈਂ ਇਹ ਨਹੀਂ ਕਹਿੰਦਾ ਵੀ ਉਹ ਸਮਝ ਵਾਲੇ ਬੰਦੇ ਨਹੀਂ ਨੇ, ਸਮਝ ਵਾਲੇ ਨੇ, ਬੜੇ ਚੰਗੇ ਬੰਦੇ ਵੀ ਨੇ, ਪਰ ਸਾਡੇ ਲਈ ਕੀ ਹੈ, ਗੁਰ ਗਿਆਨ ਪਛਾਣੈ। ਵੀ ਭਾਈ ਆ ਜਿਹੜੀ ਮੈਨੂੰ ਕੋਈ ਗੱਲ ਦੱਸਦਾ ਪਿਆ ਹੈ, ਕਿਤੇ ਝੂਠ ਹੀ ਤਾਂ ਨਹੀਂ ਬੋਲੀ ਜਾ ਰਿਹਾ, ਕਿਤੇ ਮੈਂ ਐਵੇਂ ਨਾ ਕਹਿ ਦੇਵਾਂ ਵੀ ਇਹਨੇ ਕਿਹਾ ਤੇ ਸੱਚ ਹੀ ਹੋਵੇਗਾ। ਨਹੀਂ, ਇੱਦਾਂ ਨਹੀਂ। ਗੁਰ ਗਿਆਨ ਪਛਾਣੈ, ਲੋਕਾਂ ਦੀਆਂ ਗੱਲਾਂ ਦੇ ਵਿੱਚੋਂ ਵੀ ਉਹਨੇ ਗੁਰਮਤਿ ਨੂੰ ਪਹਿਚਾਨਣਾ ਹੁੰਦਾ ਵੀ ਗੁਰਮਤਿ ਆਹ ਗੱਲ ਕਹਿੰਦੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇਸ ਗੱਲ ਨੂੰ ਮੰਨਦੀ ਹੈ। ਫਿਰ ਨਾਲ ਕੀ ਹੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੈ। ਇਹ ਗੁਰਮਤਿ ਦਾ ਜਤ ਹੈ। ਇਹਦੇ ਵਿੱਚ ਆਪਣੀ ਇਸਤਰੀ ਦੇ ਨਾਲ ਸੰਬੰਧ ਰੱਖਣਾ ਹੁੰਦਾ ਹੈ, ਬਾਕੀਆਂ ਦੇ ਨਾਲ ਕੋਈ ਸੰਬੰਧ ਨਹੀਂ ਹੈ। ਬੇਨਤੀ ਕਰ ਦੇਵਾਂ, ਅੰਮ੍ਰਿਤ ਸੰਚਾਰ ਦੇ ਵਿੱਚ ਇੱਕ ਬੱਜਰ ਕਰੈਤ ਹੈ, ਇਸਤਰੀ ਆਪਣੇ ਪਤੀ ਨੂੰ ਛੱਡ ਕੇ ਤੇ ਪਤੀ ਆਪਣੀ ਇਸਤਰੀ ਨੂੰ ਛੱਡ ਕੇ ਜੇਕਰ ਕਿਸੇ ਹੋਰ ਦਾ ਸਾਥ ਕਰਦਾ ਹੈ ਤੇ ਉਹਦਾ ਅੰਮ੍ਰਿਤ ਭੰਗ ਹੈ, ਉਹ ਸਿੱਖੀ ਤੋਂ ਪਤਿਤ ਹੈ ਬੰਦਾ। ਸਾਡੇ ਵਿੱਚ ਜਤ ਇਹ ਹੈ, ਇੱਦਾਂ ਨਹੀਂ ਵੀ ਪਰਿਵਾਰ ਛੱਡ ਦੇਣਾ ਹੈ। ਆਪਣੀ ਇਸਤਰੀ ਦੇ ਨਾਲ ਸੰਬੰਧ ਰੱਖੋ, ਇਸਤਰੀ ਪਤੀ ਦੇ ਨਾਲ ਸੰਬੰਧ ਰੱਖੇ। ਇਹਦੇ ਤੋਂ ਇਲਾਵਾ ਦੂਸਰੇ ਪਾਸੇ ਜਾਣਾ ਉਹ ਪਾਪ ਹੈ, ਉਹ ਗੁਰਮਤਿ ਦੇ ਵਿੱਚ ਪਾਪ ਹੈ। ਬੜੇ ਬੜੇ ਚੈਪਟਰ ਨੇ ਇਹਨਾਂ ਚੀਜ਼ਾਂ ਦੇ, ਅਸੀਂ ਸਿਰਫ ਸੰਖੇਪ ਵਿਚਾਰਦੇ ਪਏ ਹਾਂ ਕਿਉਂਕਿ ਸਪੈਸ਼ਲ ਪੌੜੀਆਂ ਵੀ ਇਹਨਾਂ ਚੀਜ਼ਾਂ ਦੇ ਬਾਰੇ ਆਉਣਗੀਆਂ। ਏਕਾ ਨਾਰੀ ਜਤੀ ਹੋਏ, ਭਾਈ ਆਪਣੀ ਇੱਕ ਇਸਤਰੀ ਦੇ ਜਤ ਰੱਖਣ ਵਾਲਾ ਹੋਵੇ, ਪਰ ਨਾਰੀ ਪਰਾਈ ਇਸਤਰੀ ਨੂੰ ਧੀ ਤੇ ਭੈਣ ਦੇ ਰੂਪ ਦੇ ਵਿੱਚ ਵਿਖਾਣਨ ਵਾਲਾ ਹੋਵੇ, ਜਾਣਨ ਵਾਲਾ ਹੋਵੇ। ਫਿਰ ਨਾਲ ਕੀ ਹੈ, ਪਰ ਧਨ ਸੂਵਰ ਗਾਏ ਜਿਉ ਮਕਰੂ ਹਿੰਦੂ ਮੁਸਲਮਾਨ ਹੈ। ਮਕਰੂ ਦਾ ਮਤਲਬ ਹੈ ਨਿੰਦਤ। ਜਿੱਦਾਂ ਹਿੰਦੂ ਦੇ ਲਈ ਗਾਂ ਖਾਣੀ ਕਿੰਨਾ ਬੁਰਾ ਕੰਮ ਹੈ, ਉਹ ਨਹੀਂ ਖਾਂਦੇ। ਮੁਸਲਮਾਨ ਦੇ ਲਈ ਸੂਰ ਖਾਣਾ ਵਰਜਿਤ ਹੈ, ਉਹ ਨਹੀਂ ਖਾਂਦੇ। ਸਾਡੇ ਲਈ ਪਰਾਇਆ ਧਨ ਖਾਣਾ ਇੱਦਾਂ ਦੀ ਚੀਜ਼ ਹੈ। ਜਿੰਨੇ ਬੰਦੇ ਨੇ ਪਰਾਇਆ ਹੱਕ ਖਾ ਲਿਆ ਹੈ ਨਾ ਸਾਡੇ ਵਿੱਚ, ਸਮਝ ਲਓ ਉਹਨੇ ਇਹ ਦੋਵੇਂ ਕੰਮ ਕਰ ਲਏ ਨੇ। ਜਾਨਵਰਾਂ ਦੀ ਕੋਈ ਸਾਡੇ ਵਿੱਚ ਇੱਦਾਂ ਦੀ ਨਹੀਂ ਵੀ ਸਾਨੂੰ ਰੋਕਿਆ ਗਿਆ ਵੀ ਇਹਦੀ ਪੂਜਾ ਤੇ ਇਹਦੀ ਪੂਜਾ, ਕਿਸੇ ਜਾਨਵਰ ਦੀ ਪੂਜਾ ਨਹੀਂ ਹੈ ਗੁਰਮਤਿ ਦੇ ਵਿੱਚ।
ਪਰ ਇੱਕ ਉਦਾਹਰਣ ਬੜੀਆਂ ਥਾਵਾਂ ਦੇ ਉੱਤੇ ਬੋਲੀ ਜਾਂਦੀ ਹੈ ਵੀ ਵੇਖੋ, ਉਹ ਆਪਣਾ ਜਨਮ ਭ੍ਰਸ਼ਟ ਮੰਨਦਾ ਹੈ ਜੇ ਉਹ ਸੂਰ ਖਾ ਲੈਂਦਾ ਹੈ, ਜੇ ਉਹ ਗਾਂ ਦਾ ਮਾਸ ਖਾ ਲੈਂਦਾ ਹੈ ਤੇ ਜਨਮ ਬੁਰਾ ਮੰਨਦਾ ਹੈ ਆਪਣਾ। ਕਿੰਨਾ ਜ਼ੋਰ ਲੱਗਦਾ ਪਿਆ ਨਾ, ਤੁਸੀਂ ਵੇਖਦੇ ਜੇ। ਜੇਕਰ ਕੋਈ ਗੁਰਸਿੱਖ ਹੋ ਕੇ, ਜਿਹੜਾ ਵੀ ਹੋਵੇ, ਗੁਰਸਿੱਖ ਨੂੰ ਛੱਡੋ, ਬਾਕੀ ਦੁਨੀਆ ਦਾ ਵੀ ਕੋਈ ਬੰਦਾ ਹੋਵੇ, ਜਿਹੜਾ ਬੰਦਾ ਪਰਾਇਆ ਹੱਕ ਖਾ ਰਿਹਾ ਹੈ, ਉਹਨੇ ਕਦੀ ਮਾਸ ਨਹੀਂ ਵੀ ਖਾਧਾ ਤੇ ਉਹ ਮੂੰਹ ਤੋਂ ਇਹ ਨਹੀਂ ਕਹਿ ਸਕਦਾ ਵੀ ਮੈਂ ਮਾਸ ਨਹੀਂ ਖਾਧਾ, ਉਹਨੇ ਇਨਡਾਇਰੈਕਟਲੀ ਖਾਧਾ ਹੈ। ਜਿਹੜੇ ਬੰਦਿਆਂ ਦਾ ਲਹੂ ਨਿਚੋੜ ਕੇ ਪੀ ਜਾਂਦੇ ਨੇ, ਉੱਦਾਂ ਕਹਿ ਦਿੰਦੇ ਨੇ ਅਸੀਂ ਮਾਸ ਨਹੀਂ ਕਦੀ ਖਾਂਦੇ। ਹਜ਼ੂਰ ਕਹਿੰਦੇ ਨੇ ਜੇ ਰੱਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਮਾੜਾ ਜਿਹਾ ਕਿਤੇ ਕੱਪੜੇ ਨੂੰ ਖੂਨ ਲੱਗ ਗਿਆ ਨਾ ਤੇ ਬੰਦੇ ਪਤਾ ਕੀ ਕਹਿੰਦੇ ਨੇ, ਨਹੀਂ ਹੁਣ ਅਸੀਂ ਨਮਾਜ਼ ਨਹੀਂ ਇਹਦੇ ਨਾਲ ਪੜ੍ਹ ਸਕਦੇ, ਇਹ ਕੱਪੜੇ ਪਾ ਕੇ ਅਸੀਂ ਗੁਰਦੁਆਰੇ ਨਹੀਂ ਆ ਸਕਦੇ। ਕਿਉਂ? ਕਿਉਂਕਿ ਗੰਦੇ ਨੇ, ਗੰਦੇ ਕੱਪੜੇ ਪਾ ਕੇ ਨਹੀਂ ਆਉਂਦੇ। ਜੇ ਰੱਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰੱਤ ਪੀਵੇਂ ਮਾਨਸਾਂ ਤਿਨ ਕਿਉਂ ਨਿਰਮਲ ਚੀਤ। ਤੇ ਮਰਦ ਕਹਿੰਦੇ ਜਿਹੜੇ ਸਬੂਤਾ ਹੀ ਬੰਦਿਆਂ ਦਾ ਖੂਨ ਪੀ ਜਾਂਦੇ ਨੇ, ਉਹਨਾਂ ਦੇ ਚਿੱਤ ਕਿੱਥੇ ਪਵਿੱਤਰ ਹੋ ਜਾਣਗੇ। ਮੈਲੇ ਕੱਪੜਿਆਂ ਨਾਲ ਨਹੀਂ ਬੰਦਾ ਆ ਸਕਦਾ, ਮੈਲੇ ਮਨ ਦੇ ਨਾਲ ਕਿੱਦਾਂ ਆ ਜਾਂਦਾ ਹੈ ਬੰਦਾ। ਇੱਦਾਂ ਵੀ ਹੁੰਦਾ ਨਾ, ਥੋੜ੍ਹਾ ਜਿਹਾ ਨਸ਼ਾ ਵੇਚ ਲਿਆ ਤੇ ਥੋੜ੍ਹੇ ਜਿਹਾ ਰੱਬ ਨੂੰ ਵੀ ਵਿੱਚੋਂ ਰਿਸ਼ਵਤ ਦੇ ਦਿੱਤੀ, ਇਹ ਵੀ ਕਿਆ ਕਮਾਲ ਦੀਆਂ ਖੇਡਾਂ ਹੋ ਰਹੀਆਂ। ਪਰਾਇਆ ਹੱਕ ਖਾਣਾ ਸਾਡੇ ਲਈ ਸਮਝ ਲਓ ਸਭ ਤੋਂ ਬੁਰੀ ਗੱਲ ਹੈ। ਜੋ ਮੇਰਾ ਹੈ ਹੀ ਨਹੀਂ, 20 ਦਿਨ ਪਿਆਰ ਰਵੇ, 20 ਸਾਲ ਪਿਆਰ ਰਵੇ, ਮੈਂ ਨਹੀਂ ਛੇੜਾਂਗਾ ਉਹਨੂੰ। ਮੈਂ ਆਪਣਾ ਹਿੱਸਾ ਵਰਤਦਾ ਪਿਆ ਹਾਂ ਜੋ ਮੈਨੂੰ ਮਾਲਕ ਨੇ ਦਿੱਤਾ ਹੈ, ਮੈਂ ਟੱਚ ਵੀ ਨਹੀਂ ਕਰਾਂਗਾ ਉਹਨੂੰ। ਪਰ ਤਨ ਸੂਵਰ ਗਾਏ ਜਿਉ ਮਕਰੂ ਹਿੰਦੂ ਮੁਸਲਮਾਨੈ, ਘਰ ਬਾਰੀ ਗੁਰਸਿੱਖ ਹੋਏ। ਜਿਹੜਾ ਸਿੱਖ ਹੈ ਨਾ, ਉਹ ਘਰ ਬਾਰੀ ਹੈ। ਘਰ ਬਾਰੀ ਦਾ ਮਤਲਬ ਕੀ ਹੈ? ਘਰ ਦੀ ਜ਼ਿੰਮੇਵਾਰੀ ਸੰਭਾਲਣ ਵਾਲਾ ਹੈ। ਨਾਲ ਕੀ ਹੈ? ਸਿਖਾ ਸੂਤਰ ਮਲ ਮੂਤ ਵਿਡਾਣੈ। ਜਿੱਦਾਂ ਸਰੀਰ ਤੋਂ ਮੈਲ ਲਾ ਦਿੱਤੀ ਜਾਂਦੀ ਹੈ ਨਾ, ਮੈਲ ਅਸੀਂ ਚੰਬੜੀ ਨਹੀਂ ਰਹਿਣ ਦਿੰਦੇ ਸਰੀਰ ਦੇ ਨਾਲ, ਇੱਦਾਂ ਭਾਈ ਜਿਹੜੇ ਵਹਿਮ ਭਰਮ ਨੇ ਤੇ ਭੇਖ ਨੇ ਨਾ, ਉਹ ਅਸੀਂ ਉਤਾਰਨੇ ਨੇ। ਜਿਨ੍ਹਾਂ ਨੂੰ ਜਨਮ ਤੋਂ ਮਿਲੇ ਹੋਏ ਨੇ ਉਹਨਾਂ ਦੇ ਘਰ ਦੇ ਵਿੱਚ ਸਾਨੂੰ ਬੁਰੇ ਨਹੀਂ, ਮਹਾਰਾਜ ਕਿਰਪਾ ਕਰੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਉਹਨਾਂ ਨੂੰ। ਪਰ ਸਾਡੇ ਲਈ ਇਹ ਵਿਧਾਨ ਹੈ, ਸਾਡਾ ਕਿਸੇ ਵੀ ਭੇਖ ਦੇ ਵਿੱਚ ਯਕੀਨ ਨਹੀਂ। ਫਿਰ ਕੀ ਹੈ? ਪਾਰ ਬ੍ਰਹਮ ਪੂਰਨ ਬ੍ਰਹਮ, ਗਿਆਨ ਧਿਆਨ ਗੁਰ ਸਿੱਖ ਸਿਆਣੈ। ਜਿਹੜਾ ਗੁਰੂ ਦਾ ਸਿੱਖ ਹੈ, ਉਹ ਮਾਲਕ ਨੂੰ, ਵਾਹਿਗੁਰੂ ਨੂੰ ਹਰ ਥਾਂ ਦੇ ਉੱਤੇ ਮਹਿਸੂਸ ਕਰਦਾ ਹੈ। ਗੁਰੂ ਦੇ ਗਿਆਨ ਦੇ ਨਾਲ, ਗੁਰੂ ਦੇ ਧਿਆਨ ਦੇ ਨਾਲ ਹਰ ਥਾਂ ਦੇ ਉੱਤੇ ਮਾਲਕ ਨੂੰ ਉਹ ਜਾਣਦਾ ਹੈ। ਸਾਧ ਸੰਗ ਮਿਲ ਪਤ ਪਰਵਾਣੈ। ਸੰਗਤ ਦੇ ਵਿੱਚ ਜਦੋਂ ਮਿਲਦਾ ਹੈ ਤੇ ਉਹਦੀ ਇੱਜ਼ਤ ਜਿਹੜੀ ਹੈ ਨਾ, ਪਤ ਦਾ ਮਤਲਬ ਹੁੰਦਾ ਹੈ ਇੱਜ਼ਤ, ਉਹ ਪ੍ਰਵਾਨ ਹੋ ਜਾਂਦੀ ਹੈ, ਚੰਗੀ ਹੋ ਜਾਂਦੀ ਹੈ। ਇਹਦਾ ਭਾਵ ਕੀ ਹੈ? ਜਦੋਂ ਅਸੀਂ ਸੰਗਤ ਦੇ ਵਿੱਚ ਵਿਚਰਦੇ ਹਾਂ, ਕੁਝ ਨਿਯਮ ਸਾਡੇ ਬੈਠਣ ਦੇ ਨੇ ਵੀ ਭਾਈ ਇੱਥੇ ਬੈਠਣਾ ਕਿੱਦਾਂ ਹੈ। ਕੁਝ ਨਿਯਮ ਇਹ ਨੇ ਵੀ ਜੋ ਬੈਠ ਕੇ ਸੁਣਦੇ ਹਾਂ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਿੱਦਾਂ ਕਰਨਾ ਹੈ। ਜਿੰਨਾ ਜਿੰਨਾ ਇੰਪਲੀਮੈਂਟ ਹੋ ਗਿਆ, ਉਹਨਾਂ ਅਸੀਂ ਸਿੱਖੀ ਦੇ, ਉਹਨਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨੇੜੇ ਹਾਂ। ਜਿੰਨਾ ਇੰਪਲੀਮੈਂਟ ਨਹੀਂ ਹੋਇਆ, ਅਜੇ ਸਮਝ ਲਓ ਵੀ ਜਿੱਦਾਂ ਲਾਇਬ੍ਰੇਰੀ ਦੇ ਵਿੱਚ ਬੁੱਕਸ ਪਈਆਂ ਨੇ ਤੇ ਅਜੇ ਸਾਡੇ ਦਿਮਾਗ ਦੇ ਵਿੱਚ ਉਹ ਗੱਲਾਂ ਪਈਆਂ ਨੇ, ਅਜੇ ਅਸੀਂ ਵਰਤੀਆਂ ਨਹੀਂ ਨੇ। ਜਿੱਦਣ ਵਰਤਾਂਗੇ ਉਦਣ ਅਸੀਂ ਸੋਚਾਂਗੇ ਵੀ ਸਿੱਖੀ ਕਿਹੜੇ ਭਾਅ ਨੂੰ ਸਾਨੂੰ ਮਿਲਦੀ ਹੈ। ਇਸ ਕਰਕੇ ਇਹ ਜਿਹੜੇ ਦੋ ਵਿਚਾਰ ਨੇ ਭਾਈ, ਸੰਗਤ ਦੇ ਵਿੱਚ ਗੁਰਸਿੱਖ ਕਿੱਦਾਂ ਵਿਚਰਦੇ ਨੇ, ਦੂਜਾ ਪਾਸਾ ਇਹ ਹੈ ਵੀ ਸੰਗਤ ਤੋਂ ਬਾਹਰ ਜਿਹੜੇ ਗੁਰਸਿੱਖ ਨੇ ਘਰਾਂ ਦੇ ਵਿੱਚ ਕਿੱਦਾਂ ਵਿਚਰਦੇ ਨੇ। ਇਹ ਪਾਸੇ ਨੇ ਕੁਝ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਿਆਂ, ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਦੇ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।